ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਸਪਨਾ। ਮੈਂ ਸਟੱਡੀ ਵਰਲਡ ਇਮੀਗ੍ਰੇਸ਼ਨ ਵੱਲੋਂ ਤੇ ਅੱਜ ਫੇਰ ਅਸੀਂ ਲਾਈਵ ਹੋਏ ਇੱਕ ਨਏ ਟੌਪਿਕ ਦੇ ਨਾਲ, ਇੱਕ ਨਈ ਸੀਰੀਜ਼ ਦੇ ਨਾਲ। ਤੇ ਸਾਡੇ ਨਾਲ ਨੇ ਸਟੱਡੀ ਵਰਲਡ ਦੇ ਐਮਡੀ ਮਿਸਟਰ ਮਨੀਸ਼ ਗੁਪਤਾ ਜੀ। ਸਤਿ ਸ਼੍ਰੀ ਅਕਾਲ ਸਰ। ਤੇ ਅੱਜ ਦੇ ਸਾਡੇ ਲਾਈਵ ਸ਼ੋਅ ਦਾ ਟੌਪਿਕ ਆ ਆਸਟ੍ਰੇਲੀਆ ਸਪਾਊਸ ਵੀਜ਼ਾ ਅਪਡੇਟਸ। ਕੀ ਨਿਊ ਅਪਡੇਟਸ ਆਈ ਨਹੀਂ ਆ ਤੇ ਕਿਵੇਂ ਅਪਡੇਟਸ ਹੁੰਦੀ ਆ ਡੇ ਬਾਈ ਡੇ। ਅਸੀਂ ਤੁਹਾਨੂੰ ਲਾਈਵ ਹੋ ਕੇ ਆਪਾਂ ਡੇਲੀ ਤੁਹਾਨੂੰ ਨਿਊ ਕੁਛ ਮਤਲਬ ਕਿ ਅਲੱਗ ਤੋਂ ਕੁਛ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਕੀ ਅਪਡੇਟਸ ਆ ਸਾਡੇ ਕੋਲ ਨਿਊਲੀ ਜਿਹੜੀ ਆ। ਸਰ ਸਪਾਊਸ ਕੇਸ ਦੇ ਵਿੱਚ ਮੈਰਿਜ ਦੀ ਕੀ ਰਿਕੁਆਇਰਮੈਂਟ ਹੁੰਦੀ ਆ ਤੇ ਕੁਆਲੀਫਿਕੇਸ਼ਨ ਦੀ ਕੀ ਰਿਕੁਆਇਰਮੈਂਟ ਹੁੰਦੀ ਆ ਸਟੂਡੈਂਟਸ ਲਈ? ਦੇਖੋ ਇਸ ਟਾਈਮ ਤੇ ਜਿਹੜੀ ਸਪਾਊਸ ਦੀ ਅਗਰ ਆਪਾਂ ਸਪਾਊਸ ਕੇਸ ਅਗਰ ਬੱਚਾ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਬੱਚਾ +2 ਤੋਂ ਬਾਅਦ ਵੀ ਅਪਲਾਈ ਕਰ ਸਕਦਾ ਹੈ, ਡਿਪਲੋਮੇ ਤੋਂ ਬਾਅਦ ਵੀ ਕਰ ਸਕਦਾ ਹੈ, ਬੈਚਲਰ ਤੋਂ ਬਾਅਦ ਵੀ ਕਰ ਸਕਦਾ ਹੈ ਅਪਲਾਈ, ਅਤੇ ਮਾਸਟਰ ਤੋਂ ਬਾਅਦ ਵੀ ਅਪਲਾਈ ਕਰ ਸਕਦਾ ਹੈ। ਇਹਦੇ ਵਿੱਚ ਦੇਖੋ ਸਾਡੀ ਕੰਪਨੀ ਬਹੁਤ ਜ਼ਿਆਦਾ ਲਾਈਕ ਸਪਾਊਸ ਕੇਸਿਸ 'ਚ ਜ਼ਿਆਦਾ ਡੀਲ ਕਰਦੀ ਹੈ ਅਤੇ ਸਪੈਸ਼ਲਾਈਜੇਸ਼ਨ ਰੱਖਦੀ ਹੈ ਸੀਰੀਅਸ ਸਪਾਊਸ ਕੇਸਿਸ ਨੂੰ ਲੈ ਕੇ। ਵੀ ਸਿੰਗਲ ਕੇਸ ਤਾਂ ਵੈਸੇ ਵੀ ਇੰਨੇ ਮੁਸ਼ਕਿਲ ਨਹੀਂ ਹੁੰਦੇ, ਪਰ ਸਪਾਊਸ ਕੇਸ ਜਦ ਵੀ ਗੱਲ ਆਉਂਦੀ ਹੈ ਸਪਾਊਸ ਕੇਸ ਦੀ ਵੀ ਜ਼ਿਆਦਾਤਰ ਕੰਸਲਟੈਂਟ ਹੱਥ ਖੜੇ ਕਰ ਦਿੰਦੇ ਵੀ ਨਹੀਂ ਜੀ ਸਾਨੂੰ ਤਾਂ 1 ਸਾਲ ਪੁਰਾਣੀ ਮੈਰਿਜ ਲੈ ਕੇ ਆਓ ਜੀ, ਜਾਂ 6.5 ਬੈਂਡ ਲੈ ਕੇ ਆਓ, ਜਾਂ ਫਿਰ ਸਪਾਊਸ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ। ਵੀ ਸਾਰੀਆਂ ਚੀਜ਼ਾਂ 'ਚ ਬੱਚਿਆਂ ਨੂੰ ਕਿਤੇ ਨਾ ਕਿਤੇ ਫਸਾ ਦਿੱਤਾ ਜਾਂਦਾ ਹੈ। ਅਤੇ ਜਾਂ ਤਾਂ ਉਹਨੂੰ ਇਹ ਕਹਿ ਦਿੱਤਾ ਜਾਂਦਾ ਵੀ ਤੁਸੀਂ ਨਹੀਂ ਜੀ ਸਿੰਗਲ ਫਾਈਲ ਲਾ ਦਿਓ, ਸਪਾਊਸ ਬਾਅਦ 'ਚੋਂ ਲਾ ਦਿਓ, ਅਤੇ ਜਾਂ ਫਿਰ ਕਿਤੇ ਨਾ ਕਿਤੇ ਉਹਨੂੰ ਟਾਈਮ ਖਰਾਬ ਕਰਕੇ ਉਹਨੂੰ 4-6 ਮਹੀਨੇ ਬਾਅਦ ਫਾਈਲ ਦੇ ਦਿੱਤੀ ਜਾਂਦੀ ਹੈ। ਜਾਂ ਤੀਸਰੀ ਸਿਚੁਏਸ਼ਨ ਇਹ ਬਣਦੀ ਹੈ ਵੀ ਮਨਾ ਹੀ ਕਰ ਦਿੱਤਾ ਜਾਂਦਾ ਵੀ ਨਹੀਂ ਜੇ ਤਾਂ ਤੁਹਾਡਾ ਵੀਜ਼ਾ ਹੋਣਾ ਹੀ ਨਹੀਂ ਹੈਗਾ, ਵੀ ਜੋ ਮਰਜ਼ੀ ਹੋ ਜਾਵੇ। ਅਤੇ ਇਹ ਲਾਈਕ ਜਿਹੜਾ ਟੌਪਿਕ ਹੈਗਾ ਆਸਟ੍ਰੇਲੀਆ ਸਪਾਊਸ ਵੀਜ਼ਾ, ਇਹ ਲਾਈਕ ਕਾਫੀ ਜ਼ਿਆਦਾ ਕੰਪਲੀਕੇਟਡ ਹੈ। ਵੀ ਮੈਂ 13 ਸਾਲ ਤੋਂ ਆਸਟ੍ਰੇਲੀਆ ਸਪਾਊਸ ਵੀਜ਼ਾਸ ਕਰਦੇ ਆ ਰਹੇ ਹਾਂ, ਅਤੇ ਉਦੋਂ ਵੀ ਅਸੀਂ ਲਾਉਂਦੇ ਸੀ ਫਾਈਲਾਂ ਜਦੋਂ ਵੀ +2 ਦੇ ਬੇਸ 'ਤੇ ਡਿਪਲੋਮੇ ਦੇ ਵਿੱਚ ਵੀ ਸਪਾਊਸ ਅਤੇ ਬੱਚਾ ਨਾ ਚਲਾ ਜਾਂਦਾ ਹੁੰਦਾ ਸੀਗਾ, ਉਦੋਂ ਵੀ ਅਸੀਂ ਫਾਈਲਾਂ ਲਾਉਂਦੇ ਸੀਗੇ। ਅਤੇ ਜਦੋਂ ਡਿਪਲੋਮਾ ਦੀ ਡਿਗਰੀ ਦੀਆਂ ਫਾਈਲਾਂ ਲੱਗਦੀਆਂ ਸੀਗੀਆਂ ਉਦੋਂ ਵੀ ਸਪਾਊਸ ਕੇਸ ਅਸੀਂ ਇਕੱਠੇ ਭੇਜੇ ਨੇ। ਅਤੇ ਹੁਣ ਜੋ ਸਿਚੁਏਸ਼ਨ ਹੈਗੀ ਹੈ ਜੋ ਵੀ ਬਹੁਤ ਲਾਈਕ ਇਸ ਟਾਈਮ 'ਤੇ ਵੀ ਅਵੇਅਰਨੈਸ ਬਹੁਤ ਜ਼ਿਆਦਾ ਹੋ ਚੁੱਕੀ ਹੈ ਬੱਚਿਆਂ ਨੂੰ ਵੀ, ਅਤੇ ਸਾਰਾ ਵੀ ਕੰਪਲੀਕੇਟਡ ਪ੍ਰੋਸੈਸ ਵੀ ਹੈਗਾ ਆਸਟ੍ਰੇਲੀਆ ਦਾ, ਵੀ ਇੰਨਾ ਆਸਾਨ ਨਹੀਂ ਹੁੰਦਾ ਪ੍ਰੋਸੈਸ। GT ਵਗੈਰਾ ਦਾ ਪ੍ਰੋਸੈਸ ਸ਼ੁਰੂ ਹੋ ਗਿਆ, ਸਾਰਾ ਕੁਝ ਸ਼ੁਰੂ ਹੋ ਗਿਆ। ਅਤੇ ਇਹਦੇ ਵਿੱਚ ਵੀ ਅਸੀਂ ਇਸ ਟਾਈਮ ਵੀ ਲਾਈਕ ਅਗਰ ਆਪਾਂ ਗੱਲ ਕਰੀਏ ਵੀ ਸਪਾਊਸ ਵੀਜ਼ਾ ਆਰਾਮ ਨਾਲ ਲੈ ਰਹੇ ਹਾਂ, ਅਤੇ ਇਹਦੇ ਵਿੱਚ ਇਹੀ ਗੱਲ ਆ ਜਾਂਦੀ ਹੈ ਵੀ ਕਿੰਨਾ ਕੁ ਐਕਸਪਰਟੀਜ਼ ਹੈਗੀ ਹੈ ਜਿਹੜੀ ਕੰਸਲਟੈਂਟ ਦੀ। ਵੀ ਜਿਵੇਂ ਜੋ ਕੰਸਲਟੈਂਟ ਕਹਿੰਦੇ ਨੇ ਵੀ ਹਾਂ ਵੀ ਪੁਰਾਣੀ ਮੈਰਿਜਸ ਦੀ ਗੱਲ ਕਰੀਏ ਜਾਂ ਸਪਾਊਸ ਦੀ ਗ੍ਰੈਜੂਏਸ਼ਨ ਦੀ, ਇਹ ਰਿਕੁਆਇਰਮੈਂਟ ਬੇਸਿਕਲੀ ਜਿਹੜੀ ਆ ਹੈਗੀ ਯੂਨੀਵਰਸਿਟੀਆਂ ਦੀਆਂ ਹੁੰਦੀਆਂ, ਐਮਬੈਸੀ ਦੀਆਂ ਨਹੀਂ ਹੈਗੀਆਂ। ਅਗਰ ਐਮਬੈਸੀ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖੋ ਡਾਕੂਮੈਂਟ ਚੈੱਕਲਿਸਟ ਦੇ ਵਿੱਚ ਤੁਸੀਂ ਆਪਦਾ ਕੰਟਰੀ ਪਾਓ ਅਤੇ ਯੂਨੀਵਰਸਿਟੀ ਦਾ ਨਾਮ ਪਾਓ, ਅਤੇ ਉਹਦੇ ਵਿੱਚ ਲਾਈਕ ਐਮਬੈਸੀ ਦੀ ਤਰਫੋਂ ਜੋ ਰਿਕੁਆਇਰਮੈਂਟ ਹੈ ਵੀ ਸਪਾਊਸ ਦੇ ਕੇਸ ਦੇ ਵਿੱਚ, ਉਹਦੇ ਵਿੱਚ ਸਿਰਫ ਆਈਡੈਂਟੀਟੀ ਪ੍ਰੂਫ ਵੀ ਪਾਸਪੋਰਟ ਜਿਹੜਾ ਹੈਗਾ ਉਹ ਚਾਹੀਦਾ ਹੈ। ਅਤੇ ਦੂਸਰੀ ਗੱਲ ਹੈ ਮੈਰਿਜ ਸਰਟੀਫਿਕੇਟ, ਵੀ ਐਵੀਡੈਂਸ ਆਫ ਮੈਰਿਜ ਜਿਹਨੂੰ ਅਸੀਂ ਕਹਿੰਦੇ ਹਾਂ, ਵੀ ਮੈਰਿਜ ਸਰਟੀਫਿਕੇਟ ਦੀ ਰਿਕੁਆਇਰਮੈਂਟ ਹੈ। ਵੀ 2 ਮਿਨੀਮਮ ਡਾਕੂਮੈਂਟਸ 'ਤੇ ਤੁਸੀਂ ਸਪਾਊਸ ਵੀਜ਼ਾ ਲੈ ਸਕਦੇ ਹੋ। ਇਸ ਤੋਂ ਇਲਾਵਾ ਕੁਛ ਵੀ ਹੈ ਉਹ ਚਲੋ ਮਾੜੀ ਗੱਲ ਨਹੀਂ ਹੈਗੀ, ਬਟ ਅਗਰ ਆਪਾਂ ਕਹੀਏ ਵੀ ਮਿਨੀਮਮ ਡਾਕੂਮੈਂਟ ਕੀ ਚਾਹੀਦੇ ਨੇ ਸਪਾਊਸ ਵੀਜ਼ਾ ਲੈਣ ਨੂੰ, ਉਹ ਇੱਕ ਪਾਸਪੋਰਟ ਹੈ ਸਪਾਊਸ ਦਾ ਅਤੇ ਇੱਕ ਮੈਰਿਜ ਸਰਟੀਫਿਕੇਟ ਹੈ। ਇਸ ਤੋਂ ਇਲਾਵਾ ਕੁਛ ਨਹੀਂ ਚਾਹੀਦਾ ਹੁੰਦਾ। ਓਕੇ ਸਰ ਨੈਕਸਟ ਸਾਡਾ ਕੁਐਸਚਨ ਆ ਕਿ ਏਜ ਗਰੁੱਪ ਕੀ ਆ, ਮਤਲਬ ਕਿ ਏਜ ਦੇ ਵਿੱਚ ਕਿੰਨਾ ਕੁ ਏਜ ਗਰੁੱਪ ਹੋਣਾ ਚਾਹੀਦਾ ਅਤੇ ਕਿੰਨਾ ਗੈਪ ਐਕਸੈਪਟਡ ਹੈ, ਮਤਲਬ ਡਿਫਰੈਂਟ ਕਿੰਨਾ ਹੋਣਾ ਚਾਹੀਦਾ ਉਹਨਾਂ ਦੀ ਏਜ ਦੇ ਵਿੱਚ? ਦੇਖੋ ਇਹਦੇ ਵਿੱਚ ਐਂ ਹੈਗਾ ਵੀ ਲੀਗਲ ਏਜ ਜਿਹੜੀ ਕੁੜੀ ਦੀ ਹੈਗੀ ਹੈ 18 ਸਾਲ ਹੁੰਦੀ ਹੈ ਅਤੇ ਮੁੰਡੇ ਦੀ 21 ਸਾਲ ਹੁੰਦੀ ਹੈ। ਵੀ ਅਗਰ ਮੁੰਡਾ 21 ਸਾਲ ਦਾ ਕੁੜੀ 18 ਸਾਲ ਦੀ, ਅਤੇ ਲੀਗਲੀ ਮੈਰਿਜ ਰਜਿਸਟਰ ਹੋ ਜਾਂਦੀ ਹੈ। ਇਸ ਤੋਂ ਬਿਨਾਂ ਮੈਰਿਜ ਰਜਿਸਟਰ ਨਹੀਂ ਹੁੰਦੀ ਹੈਗੀ, ਅਤੇ ਇਹੀ ਐਜ਼ ਸੱਚ ਰਿਕੁਆਇਰਮੈਂਟ ਹੈਗੀ ਹੈ ਵੀ ਮਿਨੀਮਮ ਏਜ ਦੀ। ਅਤੇ ਇਸ ਤੋਂ ਇਲਾਵਾ ਅਗਰ ਆਪਾਂ ਮੈਕਸਿਮਮ ਦੀ ਗੱਲ ਕਰੀਏ ਵੀ ਅਸੀਂ ਮੈਕਸਿਮਮ 36 ਸਾਲ ਦੀ ਉਮਰ ਦੇ ਵਿੱਚ, ਵੀ ਕੁੜੀ ਦੀ ਏਜ 36 ਸਾਲ ਦੀ, ਉਹਨਾਂ ਨੇ ਹਸਬੈਂਡ ਦੀ 1-2 ਸਾਲ ਵੱਧਦੀ ਹੋਣੀ ਹੈ, ਪਲੱਸ ਬੱਚੇ ਦਾ, ਤਿੰਨਾਂ ਦਾ ਅਸੀਂ ਇਕੱਠਿਆਂ ਦਾ ਵੀਜ਼ਾ ਲੈ ਕੇ ਦਿੱਤਾ ਵੀ ਅਸੀਂ ਵੀਜ਼ਾ ਚੈੱਕ ਕਰਾ ਸਕਦੇ ਹਾਂ ਜਦੋਂ ਮਰਜ਼ੀ। ਮਲਟੀਪਲ ਵੀਜ਼ਾ ਦਿੱਤੇ ਨੇ, ਵੀ ਮੈਕਸਿਮਮ ਏਜ ਅਸੀਂ 36 ਸਾਲ ਦੀ ਉਮਰ ਤੱਕ ਦਾ ਵੀਜ਼ਾ ਸਟੂਡੈਂਟ ਵੀਜ਼ਾ ਦਿੱਤਾ ਹੈ। ਹੁਣ ਗੱਲ ਆਪਾਂ ਅਗਰ ਕਰੀਏ ਵੀ ਮੁੰਡੇ ਦੀ ਏਜ ਅਤੇ ਕੁੜੀ ਦੀ ਏਜ 'ਚ ਕਿੰਨਾ ਕੁ ਡਿਫਰੈਂਸ ਚੱਲ ਜਾਂਦਾ ਹੈ, ਵੀ ਉਹਦਾ ਆਨਸਰ ਇਹ ਹੈ ਵੀ ਮੁੰਡਾ ਅਗਰ 10-11 ਸਾਲ ਵੀ ਵੱਡਾ ਹੈਗਾ ਉਹਦੇ ਵਿੱਚ ਵੀਜ਼ਾ ਆ ਜਾਂਦਾ, ਕੋਈ ਖਾਸ ਗੱਲ ਨਹੀਂ ਹੈਗੀ। ਅਤੇ ਅਗਰ ਮੁੰਡਾ ਛੋਟਾ ਹੈ ਅਤੇ ਕੁੜੀ ਵੱਡੀ ਹੈਗੀ ਹੈ, ਇਹਦੇ ਵਿੱਚ ਵੀ ਅਸੀਂ ਰੀਸੈਂਟਲੀ ਵੀ ਜਿਹੜਾ ਵੀਜ਼ਾ ਦਿੱਤਾ ਸੀ 7 ਸਾਲ ਦੇ ਗੈਪ ਦੇ ਵਿੱਚ ਵੀਜ਼ਾ ਦਿੱਤਾ, ਵੀ ਜਿਹਦੇ ਵਿੱਚ ਮੁੰਡਾ ਜਿਹੜਾ ਸੀਗਾ ਉਹ 7 ਸਾਲ ਕੁੜੀ ਤੋਂ ਛੋਟਾ ਸੀਗਾ, ਅਤੇ ਇਹਦੇ ਵਿੱਚ ਵੀਜ਼ਾ ਅਸੀਂ ਦਿੱਤਾ ਇਕੱਠਿਆਂ ਦਾ। ਅਤੇ ਇਹ ਯਾਨੀ ਕਿ ਇੰਨੀ ਕੁ ਵੇਰੀਏਸ਼ਨ ਵੀ ਅਗਰ ਹੈਗੀ ਹੈ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਵੀ ਅਗਰ ਮੁੰਡਾ ਅਗਰ ਛੋਟਾ ਹੈਗਾ ਤਾਂ ਵੀ ਅਸੈਪਟੇਬਲ ਹੈ, ਅਤੇ ਮੁੰਡਾ ਅਗਰ ਵੱਡਾ ਹੈ ਤਾਂ ਵੀ ਅਸੈਪਟੇਬਲ ਹੈ। ਬੇਸਿਕਲੀ ਗੱਲ ਘੁੰਮ ਫਿਰ ਕੇ ਉਹੀ ਆ ਜਾਂਦੀ ਵੀ ਮੈਰਿਜ ਸਰਟੀਫਿਕੇਟ ਚਾਹੀਦਾ ਅਤੇ ਪਾਸਪੋਰਟ ਚਾਹੀਦਾ। ਅਤੇ ਓਵਰਆਲ ਕੇਸ ਵੀ ਦੇਖਿਆ ਜਾਂਦਾ ਵੀ ਜਦੋਂ ਕੇਸ ਦੇ ਵਿੱਚ ਜ਼ਿਆਦਾ ਵੇਰੀਏਸ਼ਨ ਹੁੰਦੀ ਹੈ ਅਤੇ ਅਸੀਂ ਇਹ ਦੇਖਦੇ ਹਾਂ ਵੀ ਬੈਂਡ ਵਧੀਆ ਹੋਣ, ਪਰਸੈਂਟੇਜ ਵਧੀਆ ਹੋਏ, ਵੀ ਕਿਸੇ ਨਾ ਕਿਸੇ ਪਾਸੇ ਸਟਰੋਂਗ ਹੋਏ। ਵੀ ਹੁਣ ਜਿਹੜੇ ਮੈਂ ਤੁਹਾਨੂੰ ਵੀਜ਼ਾ ਦੀ ਗੱਲ ਕਰ ਰਹੇ ਹਾਂ ਵੀ ਅਸੀਂ 11 ਸਾਲ ਦੇ ਗੈਪ 'ਚ ਵੀ ਵੀਜ਼ਾ ਦਿੱਤੇ, ਅਸੀਂ ਮੁੰਡਾ 10-11 ਸਾਲ ਕੁੜੀ ਤੋਂ ਵੱਡਾ ਉਹਦੇ ਵਿੱਚ ਵੀ ਵੀਜ਼ਾ ਦਿੱਤੇ, ਅਸੀਂ ਮੁੰਡਾ 6-7 ਸਾਲ ਕੁੜੀ ਤੋਂ ਛੋਟਾ ਉਹਦੇ ਵਿੱਚ ਵੀਜ਼ਾ ਦਿੱਤੇ। ਬਟ ਉਹਦੇ ਵਿੱਚ ਸਿਰਫ ਇਹ ਨਹੀਂ ਹੁੰਦਾ ਵੀ ਹਰ ਚੀਜ਼ ਹੀ ਕੇਸ 'ਚ ਕਮਜ਼ੋਰ ਹੋਏ, ਬੈਂਡ ਵੀ ਘੱਟ ਨੇ ਜੀ, ਗੈਪ ਵੀ ਬਹੁਤ ਜ਼ਿਆਦਾ ਹੈ, ਪਰਸੈਂਟੇਜ ਵੀ ਨਹੀਂ ਹੈਗੀ। ਉਸ ਤੋਂ ਬਾਅਦ ਇਹ ਸਾਰੀਆਂ ਪ੍ਰੋਬਲਮ ਵੀ ਹੈਗੀਆਂ, ਵੀ ਇਹ ਵੀ ਪ੍ਰੋਬਲਮ ਵਿੱਚ ਹੀ ਮੰਨੀਆਂ ਜਾਂਦੀਆਂ ਚੀਜ਼ਾਂ।
ਹੁਣ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਚੱਲਦੀਆਂ ਹੈਗੀਆਂ ਵੀ ਠੀਕ ਹੈ ਤੁਸੀਂ ਏਜ ਦਾ ਡਿਫਰੈਂਸ ਆ ਗਿਆ, ਮੁੰਡਾ ਛੋਟਾ ਹੈ ਕੁੜੀ ਵੱਡੀ ਹੈ, ਜੋ ਵੀ ਹੈਗਾ ਉਹ ਠੀਕ ਹੈ, ਕੋਈ ਦਿੱਕਤ ਨਹੀਂ, ਉਹ ਅਸੀਂ ਚਲਾ ਦਾਂਗੇ, ਬਟ ਕਿਤੇ ਨਾ ਕਿਤੇ ਕੇਸ ਸਟਰੋਂਗ ਹੋਣਾ ਚਾਹੀਦਾ ਵੀ ਬੈਂਡ ਵਧੀਆ ਹੋਣ, ਪਰਸੈਂਟੇਜ ਵਧੀਆ ਹੋਏ, ਤੇ ਤੁਸੀਂ ਗੈਪ ਵੀ ਤੁਹਾਡਾ ਚੱਲ ਜਾਏਗਾ, ਤੁਹਾਡਾ ਨਵੀਂ ਪੁਰਾਣੀ ਮੈਰਿਜ ਵੀ ਚੱਲ ਜਾਏਗੀ, ਸਭ ਕੁਝ ਚੱਲ ਜਾਏਗਾ ਤੁਹਾਡਾ। ਬਟ ਆਪਾਂ ਕਹੀਏ ਪਰਸੈਂਟੇਜ ਵੀ ਘੱਟ ਹੈ, ਬੈਂਡ ਵੀ ਘੱਟ ਹੈ, ਗੈਪ ਵੀ ਹੈਗਾ, ਫਿਰ ਏਜ ਦੇ ਵੀ ਡਿਫਰੈਂਸਿਸ ਹੈਗੇ ਨੇ, ਕੇਸ ਕਮਜ਼ੋਰ ਹੋ ਜਾਂਦਾ ਜੀ, ਵੀਜ਼ਾ ਲੈਣ ਦਾ ਅਪਲਾਈ ਕਰਨ ਦਾ ਕੋਈ ਫਾਇਦਾ ਨਹੀਂ ਰਹਿੰਦਾ। ਸੋ ਸਾਡਾ ਨੈਕਸਟ ਕੁਐਸਚਨ ਹੈ ਕਿ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਵੀ ਕਿੰਨਾ ਕੁ ਖਰਚਾ ਹੋ ਜਾਂਦਾ, ਕੀ ਕੁਝ ਹੋ ਜਾਂਦਾ ਉਹਦੇ ਵਿੱਚ ਵੀ? ਦੇਖੋ ਅਗਰ ਹੈਲਥ ਇੰਸ਼ੋਰੈਂਸ ਸਿੰਗਲ ਦੀ ਗੱਲ ਕਰੀਏ ਵੀ 1 ਸਾਲ ਦੀ ਤੁਸੀਂ ਲਾ ਲਓ ਵੀ 30,000 ਰੁਪਏ ਦੇ ਆਸ-ਪਾਸ ਇੰਸ਼ੋਰੈਂਸ ਮਿਲ ਜਾਂਦੀ ਹੈ, 30-35,000 'ਚ ਵਧੀਆ ਕੰਪਨੀ ਦੀ ਇੰਸ਼ੋਰੈਂਸ ਮਿਲ ਜਾਂਦੀ ਹੈ। ਬਟ ਆਪਾਂ ਅਗਰ ਸਪਾਊਸ ਦੀ ਗੱਲ ਕਰੀਏ ਵੀ 1 ਸਾਲ ਦੀ ਇੰਸ਼ੋਰੈਂਸ ਤੁਸੀਂ 1 ਲੱਖ ਸਵਾ ਲੱਖ ਰੁਪਏ ਦੀ ਰੇਂਜ 'ਚ ਸੋਚ ਕੇ ਚੱਲੋ ਵੀ 1 ਸਾਲ ਦੀ ਇੰਸ਼ੋਰੈਂਸ ਵੀ ਅਗਰ ਮਾਸਟਰਸ 'ਚ ਬੱਚਾ ਜਾ ਰਿਹਾ ਤਾਂ ਸਪਾਊਸ ਦੀ ਇੰਸ਼ੋਰੈਂਸ 2.5 ਲੱਖ ਰੁਪਏ ਦੇ ਆਸ-ਪਾਸ ਦੀ ਹੋਏਗੀ। ਅਤੇ ਅਗਰ ਬੈਚਲਰ ਦੇ ਵਿੱਚ ਸਪਾਊਸ ਕੇਸ ਜਾ ਰਿਹਾ ਅਗਰ ਵੀ ਜਿਵੇਂ +2 ਤੋਂ ਬਾਅਦ ਜਾਂ ਡਿਪਲੋਮੇ ਤੋਂ ਬਾਅਦ ਤੁਸੀਂ ਅਪਲਾਈ ਕਰ ਰਹੇ ਹੋ, ਬੈਚਲਰ ਡਿਗਰੀ 'ਚ ਅਪਲਾਈ ਕਰ ਰਹੇ ਹੋ, ਤੁਸੀਂ ਐਕਸਪੈਕਟ ਕਰਕੇ ਚੱਲੋ ਵੀ 3.5 ਸਾਢੇ 3 ਲੱਖ ਰੁਪਏ ਦੀ ਮਿਨੀਮਮ ਇੰਸ਼ੋਰੈਂਸ ਤੁਹਾਡੀ ਜਿਹੜੀ ਹੈਗੀ ਜਾਏਗੀ। ਵੀ ਸਾਲ ਦੇ ਹਿਸਾਬ ਨਾਲ ਚੱਲਦਾ ਵੀ 1 ਸਾਲ ਦੀ ਸਪਾਊਸ ਦੀ ਇੰਸ਼ੋਰੈਂਸ ਲੱਖ ਸਵਾ ਲੱਖ ਦੇ ਵਿੱਚ ਦੀ ਪੈਂਦੀ ਹੈ, ਅਤੇ ਸਿੰਗਲ ਦੀ ਲਾਈਕ 30-35,000 ਰੁਪਏ ਦੇ ਆਸ-ਪਾਸ ਮਿਲ ਜਾਂਦੀ ਹੈ ਆਰਾਮ ਨਾਲ। ਓਕੇ ਸਰ। ਸਰ +2 ਬੇਸ ਜਿਹੜੇ ਅਪਲਾਈ ਕਰਦੇ ਨੇ ਸਟੂਡੈਂਟਸ, ਉਹਨਾਂ ਦੇ ਵਿੱਚ ਕੀ ਰਿਕੁਆਇਰਮੈਂਟ ਹੋਊਗੀ? ਉਹਨਾਂ ਨੂੰ ਬੈਂਡ ਸਕੋਰ ਹੋ ਗਿਆ ਜਾਂ ਉਹਨਾਂ ਦੀ ਮਤਲਬ ਕਿ ਕਿਵੇਂ ਕੁਆਲੀਫਿਕੇਸ਼ਨ ਹੋਗੀ, ਪਰਸੈਂਟੇਜ ਕਿੰਨੀ ਹੋਗੀ, ਉਹਦੇ ਵਿੱਚ ਕੀ ਰਹੂਗਾ ਉਹਨਾਂ ਦਾ? ਦੇਖੋ ਅਗਰ +2 ਤੋਂ ਬਾਅਦ ਸਪਾਊਸ ਕੇਸ ਅਪਲਾਈ ਕਰਨਾ ਚਾਹੁੰਦੇ ਨੇ ਬੱਚੇ ਤਾਂ ਇੱਕ ਚੀਜ਼ ਧਿਆਨ ਰੱਖਣ ਵੀ ਇਹ ਕੇਸ ਤਾਂ ਹੀ ਹੋਏ ਪਏਗਾ, ਇੱਕ ਤਾਂ ਗੈਪ ਨਹੀਂ ਹੋਣਾ ਚਾਹੀਦਾ, ਉੱਪਰ ਦੀ ਜਿਹੜੇ ਪਰਸੈਂਟੇਜ ਤੁਹਾਡੀ ਹਾਈ ਹੋਣੀ ਚਾਹੀਦੀ ਹੈ। ਵੀ ਮੈਂ ਕਹੂੰਗਾ ਵੀ ਘੱਟੋ ਘੱਟ 70% ਤੁਹਾਡੇ ਨੰਬਰ ਹੋਣ, ਫਿਰ ਹੀ ਯੂਨੀਵਰਸਿਟੀਜ਼ ਕੁਛ ਹੈਗੀਆਂ ਸਾਡੇ ਕੋਲ ਜਿਹੜੀ ਐਡਮਿਸ਼ਨ ਦਿੰਦੀਆਂ, ਕਿਉਂਕਿ 70% ਤੋਂ ਘੱਟ ਐਡਮਿਸ਼ਨ ਹੀ ਨਹੀਂ ਆਉਣੀ ਅਤੇ ਉਹ ਦਿੱਕਤ ਆਉਂਦੀ ਹੈ। ਵੀ ਅਗਰ CBSE ICSE ਬੋਰਡ ਹੈ ਫਿਰ ਘੱਟ ਪਰਸੈਂਟੇਜ ਵੀ ਚੱਲ ਜਾਏਗੀ, ਫਿਰ 65% ਵੀ ਚੱਲ ਜਾਣਗੇ, 60% ਵੀ ਚੱਲ ਜਾਣਗੇ, ਬਸ ਸਟੇਟ ਬੋਰਡ ਦੀ 70% ਘੱਟੋ ਘੱਟ ਪਰਸੈਂਟੇਜ ਹੋਣੀ ਚਾਹੀਦੀ ਹੈ, ਅਤੇ ਗੈਪ 2 ਸਾਲ ਤੋਂ ਵੱਧ ਨਾ ਹੋਵੇ, ਅਤੇ ਬੈਂਡ 6 ਈਚ ਘੱਟੋ ਘੱਟ ਹੋਣ। ਵੀ ਅਗਰ ਇਹ ਸਾਰੀ ਰਿਕੁਆਇਰਮੈਂਟ ਬੱਚਾ ਫੁਲਫਿਲ ਕਰ ਦਿੰਦਾ ਹੈ ਵੀ ਕਿਤੇ ਨਾ ਕਿਤੇ ਅਸੀਂ ਬੇਸ਼ੱਕ ਐਲਜੀ ਲਗਾਈਏ ਜਾਂ ਨਾ ਲਗਾਈਏ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬੱਚੇ ਨੂੰ ਅਸੀਂ ਵੀ ਲਾਈਕ ਸਪਾਊਸ ਕੇਸ ਇਕੱਠਿਆਂ ਦਾ ਅਪਲਾਈ ਕਰਕੇ ਵੀਜ਼ਾ ਦੇ ਦਾਂਗੇ। ਵੀ ਇਹਦੇ ਵਿੱਚ ਜਿੰਨਾ ਕੁ ਜਿਵੇਂ ਅਗਰ +2 ਸਪਾਊਸ ਕੇਸ ਦੀ ਗੱਲ ਕਰੀਏ ਵੀ ਸਾਡਾ ਟਾਰਗੇਟ ਹੁੰਦਾ ਵੀ ਟੌਪ ਲੈਵਲ ਦੀ ਯੂਨੀਵਰਸਿਟੀ 'ਚ ਅਪਲਾਈ ਕਰੀਏ, ਉਹਨਾਂ ਦੇ ਵਿੱਚ ਯੂਨੀਵਰਸਿਟੀ ਨਾਮ ਦੇ ਵੀਜ਼ਾ ਮਿਲ ਜਾਂਦਾ ਹੈ। ਉਸ ਤੋਂ ਬਾਅਦ ਅਗਰ ਕੇਸ ਅਦਰਵਾਈਜ਼ ਕਮਜ਼ੋਰ ਹੈ, ਵੀ ਅਗਰ ਜਿਵੇਂ ਮੇਨ ਐਪਲੀਕੈਂਟ ਦੀ ਗ੍ਰੈਜੂਏਸ਼ਨ ਹੈ, ਪਰਸੈਂਟੇਜ ਘੱਟ ਹੈ, ਅਤੇ ਬੈਂਡ ਚਲੋ ਠੀਕ ਨੇ ਜੀ, ਗੈਪ ਹੈਗਾ, ਨਵੀਂ ਮੈਰਿਜ ਹੈ, ਵੀ ਸਾਡਾ ਟਾਰਗੇਟ ਇਹ ਰਹਿੰਦਾ ਵੀ ਲੈਵਲ 1 ਦੀ ਯੂਨੀਵਰਸਿਟੀ 'ਚ ਅਪਲਾਈ ਕਰੀਏ। ਇਹਦੇ ਨਾਲ ਯਾਨੀ ਕਿ ਕੇਸ ਨੂੰ ਅਪਲਾਈ ਕਰਨ 'ਚ ਅਤੇ ਸਾਰਾ ਕੁਝ ਕਰਨ 'ਚ ਬਹੁਤ ਸਾਨੂੰ ਆਸਾਨੀ ਮਿਲਦੀ ਹੈ, ਅਤੇ ਵੀਜ਼ਾ ਜਿਹੜਾ ਹੈਗਾ ਸਕਸੈਸ ਰੇਟ ਉਹ ਬਹੁਤ ਹਾਈ ਹੋ ਜਾਂਦਾ ਹੈ। ਇਸ ਕਰਕੇ ਵੀ ਕਿਤੇ ਨਾ ਕਿਤੇ ਵੀ ਓਵਰਆਲ ਕੇਸ ਨੂੰ ਦੇਖਣਾ ਜ਼ਰੂਰੀ ਹੈ, ਸਿਰਫ ਇੱਕ ਪੁਆਇੰਟ ਦੇਖਣਾ ਜ਼ਰੂਰੀ ਨਹੀਂ ਹੁੰਦਾ। ਅਗਰ ਤੁਹਾਨੂੰ ਕੋਈ ਕਹਿੰਦਾ ਹੈ ਵੀ +2 ਸਪਾਊਸ ਕੇਸ ਨਹੀਂ ਹੁੰਦਾ, ਇਹ ਆਨਸਰ ਹਾਂ ਵੀ ਹੈ ਅਤੇ ਨਾ ਵੀ ਹੈ। ਹਾਂ ਇਸ ਕਰਕੇ ਵੀ ਨਹੀਂ ਹੋਏਗਾ ਅਗਰ ਪਰਸੈਂਟੇਜ ਘੱਟ ਹੈ, ਬੈਂਡ ਵੀ ਘੱਟ ਹੈ, ਗੈਪ ਵੀ ਜ਼ਿਆਦਾ ਹੈ, +2 ਸਪਾਊਸ ਕੇਸ ਨਹੀਂ ਹੋਏਗਾ। ਅਤੇ ਹਾਂ ਇਹ ਐਵੇਂ ਹੈ ਵੀ ਠੀਕ ਹੈ ਵੀ ਕਿਵੇਂ ਹੋਏਗਾ ਵੀ ਅਗਰ ਪਰਸੈਂਟੇਜ ਵਧੀਆ ਹੈਗੀ ਹੈ, ਬੈਂਡ ਤੁਹਾਡੇ ਠੀਕ ਨੇ, ਗੈਪ ਜ਼ਿਆਦਾ ਨਹੀਂ ਹੈਗਾ, ਅਤੇ ਤੁਹਾਡਾ +2 ਸਪਾਊਸ ਕੇਸ ਹੋ ਜਾਏਗਾ। ਵੀ ਦੋਨਾਂ ਹਾਂ ਅਤੇ ਨਾ 'ਚ ਦੋਨਾਂ ਵਿੱਚ ਆਨਸਰ ਇਹਦਾ ਮਿਲ ਸਕਦਾ ਤੁਹਾਨੂੰ, ਮੇਥੋਂ ਵੀ ਅਤੇ ਬਾਕੀਆਂ ਤੋਂ ਵੀ। ਓਕੇ ਸਰ ਨੈਕਸਟ ਕੁਐਸਚਨ ਆ ਕਿ +2 ਜਿਹੜਾ ਸਪਾਊਸ ਕੇਸ ਜਿਵੇਂ ਆਪਾਂ ਕਹਿ ਰਹੇ ਹਾਂ, ਜਾਂ ਬੈਚਲਰ ਨੂੰ ਮੰਨ ਲਓ ਜਾਂ ਡਿਪਲੋਮੇ ਨੂੰ ਮੰਨ ਲਓ, ਕੋਈ ਵਿਦਆਊਟ ਆਈਲੈਟਸ ਵੀ ਸਪਾਊਸ ਕੇਸ ਪੋਸੀਬਲ ਹੋ ਸਕਦਾ? ਬਿਲਕੁਲ ਜੀ, ਅਗਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਮਾਸਟਰਸ ਕੀਤੀ ਹੈ, ਤੁਹਾਡੇ 65% ਨੰਬਰ ਨੇ, ਅਤੇ ਜਿਹੜੀ ਗ੍ਰੈਜੂਏਸ਼ਨ ਹੈ ਮਾਸਟਰਸ ਹੈਗੀ ਹੈ ਉਹ ਲਾਸਟ 5 ਸਾਲਾਂ 'ਚ ਕੰਪਲੀਟ ਹੈ। ਯਾਨੀ ਕਿ ਮੈਂ ਤੁਹਾਨੂੰ ਦੱਸ ਦਿੰਦਾ ਵੀ 2016 ਜਾਂ ਉਸ ਤੋਂ ਬਾਅਦ ਅਗਰ ਤੁਸੀਂ ਬੈਚਲਰ ਜਾਂ ਮਾਸਟਰ ਕੀਤੀ ਹੈ, 65% ਤੁਹਾਡੇ ਨੰਬਰ ਨੇ, ਅਤੇ ਇੰਗਲਿਸ਼ ਮੀਡੀਅਮ 'ਚ ਮਾਸਟਰਸ ਕੀਤੀ ਹੈ ਜਾਂ ਬੈਚਲਰ ਡਿਗਰੀ ਕੀਤੀ ਹੈ, ਅਤੇ ਤੁਸੀਂ ਐਲੀਜੀਬਲ ਹੋ ਜੀ ਵਿਦਆਊਟ ਆਈਲੈਟਸ ਅਪਲਾਈ ਕਰਨ ਦੇ ਵੀ। ਇਹ ਰਿਕੁਆਇਰਮੈਂਟ ਜਿਹੜੀ ਮੈਂ ਦੱਸ ਰਿਹਾ ਕੋਈ ਐਮਬੈਸੀ ਦੀ ਰਿਕੁਆਇਰਮੈਂਟ, ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈ। ਜਿਹੜੀ ਲੈਵਲ 1 ਦੀ ਯੂਨੀਵਰਸਿਟੀਆਂ ਉਹਨਾਂ ਦੀ ਇਹ ਰਿਕੁਆਇਰਮੈਂਟ ਹੈ। ਅਗਰ ਇਹ ਰਿਕੁਆਇਰਮੈਂਟ ਆਪਾਂ ਪੂਰੀ ਕਰ ਦਿੰਦੇ ਨੇ ਅਤੇ ਉਹ ਐਡਮਿਸ਼ਨ ਵਿਦਆਊਟ ਆਈਲੈਟਸ ਦੇ ਦਿੰਦੀ ਹੈ, ਅਤੇ ਵਿਦਆਊਟ ਆਈਲੈਟਸ ਜਦੋਂ ਐਡਮਿਸ਼ਨ ਮਿਲ ਜਾਂਦੀ ਹੈ ਅਤੇ ਵੇਵਰ ਮਿਲ ਜਾਂਦਾ ਆਈਲੈਟਸ ਦਾ, ਅਤੇ ਐਮਬੈਸੀ 'ਚ ਜਦੋਂ ਫਾਈਲ ਲੱਗਦੀ ਹੈ ਤਾਂ ਉਹ ਵਿਦਆਊਟ ਆਈਲੈਟਸ ਦਾ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ। ਇਸ ਕਰਕੇ ਐਮਬੈਸੀ ਦੇ ਵਿੱਚ ਅਗਰ ਤੁਸੀਂ ਲੈਵਲ 1 ਦੀ ਫਾਈਲ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਆਈਲੈਟਸ ਜਾਂ PT ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਉਸ ਤੋਂ ਬਿਨਾਂ ਵੀਜ਼ਾ ਲੈ ਸਕਦੇ ਹੋ। ਅਤੇ ਅਗਰ ਇਹ ਸਪਾਊਸ ਦੀ ਗੱਲ ਹੈਗੀ ਆ, ਅਗਰ +2 ਵਾਲਾ ਬੱਚਾ ਅਗਰ ਅਪਲਾਈ ਕਰਨਾ ਚਾਹੁੰਦਾ ਵਿਦਆਊਟ ਆਈਲੈਟਸ, CBSE ICSE ਬੋਰਡ ਦੀ +2 ਹੋਣੀ ਚਾਹੀਦੀ ਹੈ ਜੀ ਤੁਹਾਡੀ, ਤਾਂ ਤੁਹਾਡੇ 60% ਇੰਗਲਿਸ਼ 'ਚ ਅਗਰ ਨੰਬਰ ਹੈਗੇ ਅਤੇ 2 ਸਾਲ ਦਾ ਗੈਪ ਐਕਸੈਪਟੇਬਲ ਹੈ, ਅਪਲਾਈ ਕਰ ਸਕਦੇ ਹੋ। ਅਗਰ ਤੁਹਾਡੀ ਸਟੇਟ ਬੋਰਡ ਹੈਗੀ ਹੈ, ਘੱਟੋ ਘੱਟ 65% ਓਵਰਆਲ ਨੰਬਰ ਚਾਹੀਦੇ ਨੇ, 65% ਇੰਗਲਿਸ਼ 'ਚ ਨੰਬਰ ਚਾਹੀਦੇ ਨੇ। ਅਗਰ ਇਹ ਰਿਕੁਆਇਰਮੈਂਟ ਤੁਸੀਂ ਫਿਲ ਕਰ ਸਕਦੇ ਹੋ ਤਾਂ ਤੁਸੀਂ ਸਿੰਗਲ ਦਾ ਆਪਣਾ ਕੇਸ +2 ਵਿਦਆਊਟ ਆਈਲੈਟਸ ਲਾ ਸਕਦੇ ਹੋ। ਬਟ ਅਗਰ ਡਿਪਲੋਮਾ ਕੀਤਾ ਅਤੇ ਵਿਦਆਊਟ ਆਈਲੈਟਸ ਅਪਲਾਈ ਕਰਨਾ ਚਾਹੁੰਦੇ ਹੋ, ਸਿੰਗਲ ਹੋਏ ਜਾਂ ਸਪਾਊਸ ਹੋਏ, ਪੋਸੀਬਲ ਨਹੀਂ ਹੈਗਾ, ਉਹ ਰਿਕੋਗਨਾਈਜ਼ ਨਹੀਂ ਹੁੰਦਾ ਹੈ। ਓਕੇ ਸਰ ਸਾਡਾ ਨੈਕਸਟ ਕੁਐਸਚਨ ਆ ਕਿ ਪਾਸਪੋਰਟ ਦੇ ਉੱਤੇ ਸਪਾਊਸ ਦਾ ਨਾਮ ਹੋਣਾ ਜ਼ਰੂਰੀ ਆ?
ਦੇਖੋ ਐਸਾ ਕੁਝ ਨਹੀਂ ਹੈਗਾ। ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦਾ ਵੀ ਅਗਰ ਕਿਸੇ ਨੇ 1 ਜਨਵਰੀ ਨੂੰ 2020 ਨੂੰ ਆਪਣਾ ਵਿਆਹ ਕੀਤਾ ਹੈ ਤੇ ਅਗਰ ਪਾਸਪੋਰਟ ਉਹਨਾਂ ਦੇ ਲਾਈਕ ਪਹਿਲਾਂ ਦੇ ਬਣੇ ਹੋਏ ਨੇ ਤੇ ਫਿਰ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਪਾਸਪੋਰਟ 'ਤੇ ਨਾਮ ਚੜਵਾਉਣ ਦੀ। ਬਟ ਅਗਰ ਪਾਸਪੋਰਟ ਪਹਿਲਾਂ ਯਾਨੀ ਕਿ ਪਹਿਲਾਂ ਜਿਵੇਂ ਬੱਚੇ ਕਈ ਵਾਰੀ ਕਿਆ ਕਰਦੇ ਵੀ ਪੁਰਾਣੀ ਆਪਾਂ ਮੈਰਿਜ ਰਜਿਸਟਰ ਕਰਵਾ ਦਈਏ ਜਾਂ ਫਿਰ ਵੀ ਚਲੋ ਡੇਟ ਪੁਰਾਣੀ ਪਵਾ ਲਈਏ ਜਾਂ ਕੁਝ ਵੀ ਹੈ, ਉਹਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖੋ ਵੀ ਪਾਸਪੋਰਟ ਜਦੋਂ ਬਣੇ ਹੈਗੇ ਨੇ ਤੁਹਾਡੇ ਕੁੜੀ ਦੇ ਮੁੰਡੇ ਦੇ ਦੋਨਾਂ ਦੇ, ਜਿਸ ਦਿਨ ਪਾਸਪੋਰਟ ਬਣਿਆ ਉਸ ਤੋਂ ਬਾਅਦ ਦੀ ਡੇਟ ਪੈਂਦੀ ਹੈ ਫਿਰ ਨਹੀਂ ਲੋੜ ਪਏਗੀ। ਅਗਰ ਤੁਸੀਂ ਪੁਰਾਣੀ ਡੇਟ ਪਾ ਰਹੇ ਹੋ ਉਦੋਂ ਪਾਸਪੋਰਟ ਆਲਰੇਡੀ ਬਣ ਚੁੱਕਿਆ ਸੀ ਫਿਰ ਤੁਹਾਨੂੰ ਪਾਸਪੋਰਟ ਦੇ ਨਾਮ ਚੜਾਉਣ ਦੀ ਲੋੜ ਹੈ। ਇਹ ਨੈਚੁਰਲ ਦੀ ਗੱਲ ਹੈ ਵੀ ਤੁਸੀਂ ਮੈਰਿਜ ਹੋ ਚੁੱਕੀ ਹੈ ਉਸ ਤੋਂ ਬਾਅਦ ਤੁਸੀਂ ਦਿਖਾ ਰਹੇ ਹੋ ਵੀ ਸਾਡੇ ਪਾਸਪੋਰਟ ਬਣੇ ਆ ਤੇ ਪਾਸਪੋਰਟ 'ਤੇ ਤਾਂ ਸਪਾਊਸ ਨੇਮ ਹੋਣਾ ਚਾਹੀਦਾ ਜ਼ਰੂਰੀ। ਬਟ ਐਜ਼ ਸੱਚ ਵੀਜ਼ਾ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਗੱਲ ਕਰੀਏ ਆਪਾਂ ਤੇ ਸਪਾਊਸ ਕੇਸ ਦੇ ਵਿੱਚ ਪਾਸਪੋਰਟ ਦੇ ਨਾਮ ਚੜੇ ਹੋਣੇ ਕੋਈ ਜ਼ਰੂਰੀ ਨਹੀਂ ਹੈਗੇ ਜੀ। ਅਸੀਂ ਜ਼ਿਆਦਾ ਨਹੀਂ ਤਾਂ 400-500 ਵੀਜ਼ੇ ਲੈ ਚੁੱਕੇ ਹਾਂ ਜਿਹਦੇ ਸਪਾਊਸ ਦੇ ਪਾਸਪੋਰਟ ਦੇ ਨਾਮ ਨਹੀਂ ਚੜੇ ਹੁੰਦੇ, ਇਸ ਕਰਕੇ ਕੋਈ ਮੈਟਰ ਨਹੀਂ ਕਰਦਾ ਇਹ ਚੀਜ਼ਾਂ। ਓਕੇ ਸਰ ਸਾਡਾ ਨੈਕਸਟ ਕੁਐਸਚਨ ਆ ਕਿ ਫੰਡਸ ਦੀ ਕੀ ਰਿਕੁਆਇਰਮੈਂਟ ਹੈ, ਮਤਲਬ ਕਿ ਜੇ ਸਪਾਊਸ ਕੇਸ ਆ ਜਿਹੜਾ ਉਹਦੇ 'ਚ ਮਤਲਬ ਫੰਡ ਹੋਣਾ ਪੁਰਾਣੇ ਫੰਡ ਹੀ ਸ਼ੋ ਕਰ ਸਕਦਾ ਕਿ ਨਿਊ ਫੰਡਸ ਵੀ ਸ਼ੋ ਕਰ ਸਕਦੇ ਸਟੂਡੈਂਟ? ਦੇਖੋ ਡਿਪੈਂਡ ਕਰਦਾ ਵੀ ਅਗਰ ਬੱਚਾ ਲੈਵਲ 2 ਦੇ ਵਿੱਚ ਅਪਲਾਈ ਕਰ ਰਿਹਾ ਤਾਂ 3 ਮਹੀਨੇ ਪੁਰਾਣੇ ਫੰਡ ਚਾਹੀਦੇ ਨੇ ਤੇ ਅਗਰ ਲੈਵਲ 1 'ਚ ਅਪਲਾਈ ਕਰ ਰਹੇ ਹੋ ਤਾਂ ਨਵੇਂ ਫੰਡਸ ਵੀ ਅਸੈਪਟੇਬਲ ਨੇ। ਇਸ ਤੋਂ ਇਲਾਵਾ ਜਿਹੜੇ ਫੰਡ ਸ਼ੋ ਕਰਨ ਦੀ ਗੱਲ ਕਰੀਏ ਵੀ ਸਿੰਗਲ ਤੇ ਸਪਾਊਸ ਕੇਸ ਦੇ ਵਿੱਚ ਅਪਰੋਕਸੀਮੇਟਲੀ 7 ਲੱਖ ਰੁਪਏ ਦਾ ਫਰਕ ਹੁੰਦਾ ਵੀ ਅਗਰ ਤੁਸੀਂ ਸਿੰਗਲ ਅਪਲਾਈ ਕਰ ਰਹੇ ਹੋ ਵੀ ਅਗਰ ਫੋਰ ਐਗਜ਼ਾਮਪਲ ਵੀ 18 ਲੱਖ ਦੀ ਰਿਕੁਆਇਰਮੈਂਟ ਹੈ ਤੇ ਸਪਾਊਸ ਦੇ ਵਿੱਚ ਤੁਹਾਡੀ ਹੈਗੀ ਹੈ ਜੀ 25 ਲੱਖ ਦੀ, ਵੀ 7 ਲੱਖ ਤੁਸੀਂ ਐਡ ਕਰ ਦਿਓ ਵੀ ਸਿੰਗਲ ਤੇ ਸਪਾਊਸ ਦੇ ਵਿੱਚ ਵੀ ਸਿੰਗਲ ਦੇ ਵਿੱਚ ਤੁਸੀਂ ਅਗਰ ਫੋਰ ਐਗਜ਼ਾਮਪਲ ਤੁਹਾਡੀ ਯੂਨੀਵਰਸਿਟੀ ਦੀ 1 ਸਾਲ ਦੀ ਫੀਸ ਲਿਵਿੰਗ ਐਕਸਪੈਂਸਿਸ ਸਾਰਾ ਕੁਝ ਮਿਲਾ ਕੇ ਤੁਹਾਡਾ 30 ਲੱਖ ਬਣ ਰਿਹਾ ਤੇ 7 ਲੱਖ ਹੋਰ ਜੋੜ ਦਿਓ ਜੀ ਤੇ ਤੁਹਾਡੇ ਸਪਾਊਸ ਕੇਸ ਦੇ ਫੰਡਸ ਪੂਰੇ ਹੋ ਜਾਂਦੇ ਨੇ। ਇਸ ਕਰਕੇ 7 ਲੱਖ ਦਾ ਫਾਰਮੂਲਾ ਯਾਦ ਰੱਖੋ ਤਾਂ ਸਪਾਊਸ ਕੇਸ ਪੂਰੇ ਹੋ ਜਾਂਦੇ ਡਾਕੂਮੈਂਟਸ। ਓਕੇ ਸਰ ਸਾਡਾ ਨੈਕਸਟ ਕੁਐਸਚਨ ਆ ਕਿ ਸਿੰਗਲ ਕੇਸ ਵਿੱਚ ਜਿਹੜਾ ਜੀਟੀ ਹੁੰਦਾ ਬਹੁਤ ਈਜ਼ੀਲੀ ਪ੍ਰੋਵਾਈਡ ਹੋ ਜਾਂਦਾ ਬੱਚਿਆਂ ਨੂੰ, ਬਟ ਸਪਾਊਸ ਕੇਸ ਦੇ ਵਿੱਚ ਥੋੜੀ ਜਿਹੀ ਡਿਫਿਕਲਟੀ ਹੁੰਦੀ ਆ, ਤਾਂ ਇਦਾਂ ਕਿਉਂ ਹੁੰਦਾ ਸਪਾਊਸ ਕੇਸ ਦੇ ਵਿੱਚ? ਦੇਖੋ ਸਪਾਊਸ ਕੇਸ ਦੇ ਵਿੱਚ ਯੂਨੀਵਰਸਿਟੀ ਡਿਪੈਂਡ ਕਰਦਾ ਹੈ ਵੀ ਅਗਰ ਪਤਾ ਹੀ ਹੈ ਵੀ ਅੱਗੇ ਖੱਡਾ ਹੈਗਾ ਤਾਂ ਉਹਦੇ 'ਚ ਤੁਸੀਂ ਅਗਰ ਉਸੇ ਰਸਤੇ ਜਾਓਗੇ ਤਾਂ ਗਿਰੀ ਜਾਓਗੇ, ਉਹਦੇ 'ਚ ਤਾਂ ਕੋਈ ਡਾਊਟ ਨਹੀਂ। ਹੁਣ ਅਗਰ ਕੰਸਲਟੈਂਟ ਨੂੰ ਇਹ ਗੱਲ ਕਲੀਅਰ ਹੈਗੀ ਹੈ ਵੀ ਜੀਟੀ ਕਿਵੇਂ ਕਲੀਅਰ ਕਰਨੀ ਹੈ ਤੇ ਕਿਹੜੀ ਯੂਨੀਵਰਸਿਟੀ ਦੀ ਕੀ ਜੀਟੀ ਦੀ ਰਿਕੁਆਇਰਮੈਂਟਸ ਹੈ, ਅਗਰ ਉਹਨੂੰ ਪਹਿਲਾਂ ਹੀ ਪਤਾ ਹੈ ਤੇ ਉਹ ਪਹਿਲਾਂ ਹੀ ਦੇਖ ਲੂਗਾ ਵੀ ਬੱਚੇ ਦੇ ਡਾਕੂਮੈਂਟਸ ਕੀ ਨੇ, ਸਪਾਊਸ ਦੀ ਕਿੰਨੀ ਪੁਰਾਣੀ ਮੈਰਿਜ ਹੈ ਤੇ ਆਪਣਾ ਸਪਾਊਸ ਦੀ ਗ੍ਰੈਜੂਏਸ਼ਨ ਹੈ ਕਿ ਨਹੀਂ ਹੈ ਤੇ ਗੈਪ ਦੇ ਡਾਕੂਮੈਂਟਸ ਦੇ ਵਿੱਚ ਕੀ ਹੈ, ਸੈਲਰੀ ਅਕਾਊਂਟ 'ਚ ਆਉਂਦੀ ਹੈ ਨਹੀਂ ਆਉਂਦੀ, ਵੀ ਸਾਰੀ ਚੀਜ਼ ਉਹਨੂੰ ਪਤਾ ਹੈ, ਉਹਨੇ ਦੇਖ ਲਈ ਤੇ ਉਹਨੂੰ ਪਤਾ ਹੈ ਵੀ ਇਹ ਯੂਨੀਵਰਸਿਟੀ ਅਸੈਪਟ ਕਰ ਦੇਗੀ ਨਹੀਂ ਕਰ ਦੇਗੀ ਤਾਂ ਜੀਟੀ 'ਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਤੇ ਜਿਹੜੇ ਕੰਸਲਟੈਂਟ ਨੂੰ ਪਤਾ ਹੀ ਨਹੀਂ ਹੈਗਾ ਜਾਂ ਪੁੱਛ ਪੱਛ ਕੇ ਕਰਦੇ ਨੇ ਵੀ ਆ ਜੀ ਕੇਸ ਫੜ ਲਿਆ ਜੀ ਫਿਰ ਵੀ ਜਿਹਨੂੰ ਕਹਿੰਦੇ ਨਾ ਵੀ ਕਈ ਬੱਚੇ ਸਾਨੂੰ ਵੀ ਪੁੱਛਦੇ ਆ ਵੀ ਅਸੈਸਮੈਂਟ ਕਰਾ ਦਿਓ ਜੀ, ਵੀ ਅਸੈਸਮੈਂਟ ਕਰਵਾਉਂਦੇ ਨੇ ਕਿਤੇ ਨਾ ਕਿਤੋਂ ਵੀ ਉਹ ਜਾ ਕੇ ਕਹਿੰਦੇ ਨੇ ਵੀ ਪਹਿਲਾਂ ਕੰਸਲਟੈਂਟ ਇੱਕ ਕੇਸ ਫੜੂਗਾ ਉਹ ਅੱਗੇ ਅਸੈਸਮੈਂਟ ਕਰਵਾਉਣ ਵਾਸਤੇ ਭੇਜੂਗਾ। ਵੀ ਸਾਨੂੰ ਵੀ ਕਈ ਵਾਰੀ ਬੱਚੇ ਨੇ ਸਰ ਤੁਸੀਂ ਅਸੈਸਮੈਂਟ ਕਰਾ ਦਿਓ, ਅਸੀਂ ਕਹਿੰਦੇ ਜੀ ਕੀ ਤੋਂ ਅਸੈਸਮੈਂਟ ਕਰਾਉਣੀ ਹੈ, ਅਸੀਂ ਤਾਂ ਆਪ ਹੀ ਅਸੈਸਮੈਂਟ ਕਰਨੀ ਹੈ, ਵੀ ਅਸੀਂ ਕੀ ਤੋਂ ਕਰਾਉਣੀ ਹੈ, ਕਹਿੰਦੇ ਇਹ ਤਾਂ ਕਿਸੇ ਕੋਲ ਗਏ ਸੀ ਜੀ ਉਹ ਕਹਿੰਦੇ ਜੀ ਡਾਕੂਮੈਂਟ ਦੇ ਦਿਓ ਅਸੀਂ ਅਸੈਸਮੈਂਟ ਕਰਾ ਕੇ ਤੁਹਾਨੂੰ ਦੱਸ ਦਿੰਦੇ ਹਾਂ। ਵੀ ਉਹ ਟੈਕਨੀਕਲੀ ਅਸੈਸਮੈਂਟ ਦੀ ਗੱਲ ਉੱਥੇ ਆ ਜਾਂਦੀ ਵੀ ਜਿਹੜਾ ਕੰਸਲਟੈਂਟ ਨੇ ਆਪ ਕੇਸ ਫੜਨਾ ਹੈ ਉਹਨੇ ਡਾਕੂਮੈਂਟ ਦੇਖਣੇ ਆ। ਵੀ ਮੈਨੂੰ ਨਹੀਂ ਤਾਂ ਨਹੀਂ ਲੱਗਦਾ ਵੀ ਇਹਨੂੰ ਆਪਦਾ ਲੈਪਟਾਪ ਖੋਲ੍ਹ ਕੇ ਚੈੱਕ ਕਰਨ ਦੀ ਵੀ ਲੋੜ ਹੈਗੀ, ਵੀ ਉਹਨੂੰ ਕੋਈ ਵੈਬਸਾਈਟ ਵੀ ਖੋਲ੍ਹ ਕੇ ਦੇਖਣੀ ਪਏਗੀ, ਵੀ ਉਹਨੂੰ ਪਤਾ ਹੁੰਦਾ ਵੀ ਕਿੱਥੋਂ ਕਿਹੜਾ ਕੰਮ ਕਿਵੇਂ ਹੋਣਾ। ਤੇ ਜਿਹੜੇ ਕੰਸਲਟੈਂਟ ਨੂੰ ਨਹੀਂ ਪਤਾ ਉਹ ਪਹਿਲਾਂ ਤਾਂ ਜਾਂ ਤਾਂ ਚੈੱਕ ਕਰੇਗਾ ਔਨਲਾਈਨ ਆਪਦਾ ਵੈਬਸਾਈਟ 'ਤੇ ਜਾ ਕੇ ਯੂਨੀਵਰਸਿਟੀਆਂ ਦੀ ਜਾਂ ਕਿਵੇਂ ਚੈੱਕ ਕਰੇਗਾ, ਅਗਰ ਨਹੀਂ ਕਰੇਗਾ ਤੁਹਾਨੂੰ ਇਹ ਕਹੇਗਾ ਜੀ ਰੁਕ ਜਾਓ ਜੀ ਅਸੀਂ ਅਸੈਸਮੈਂਟ ਕਰਾ ਦਿੰਦੇ ਹਾਂ 3-4 ਦਿਨ ਦੀ ਵੇਟ ਕਰ ਲਓ, ਅਸੈਸਮੈਂਟ ਦੇ ਹਿਸਾਬ ਨਾਲ ਚੱਲਦੇ ਹਾਂ। ਵੀ ਆਸਟ੍ਰੇਲੀਆ ਬੜਾ ਸਟ੍ਰੇਟ ਫਾਰਵਰਡ ਜਿਹਾ ਹੈਗਾ ਜੀ, ਜਿਹਨੂੰ ਪਤਾ ਹੈ ਕਿਵੇਂ ਕਰਨਾ ਹੈ ਉਹ ਕੋਈ ਲੈਪਟਾਪ ਨਹੀਂ ਖੋਲ੍ਹੇਗਾ, ਕੋਈ ਵੀ ਅਸੈਸਮੈਂਟ ਦੀ ਤੁਹਾਡੇ ਨਾਲ ਗੱਲ ਨਹੀਂ ਕਰੇਗਾ ਵੀ ਅਸੈਸਮੈਂਟ ਕਰਾ ਕੇ ਦੱਸ ਦਾਂਗੇ, ਉਹ ਔਨ ਦਾ ਸਪੋਟ ਤੁਹਾਨੂੰ ਯੈਸ ਔਰ ਨੋ ਦੱਸ ਦੇਗਾ। ਤੇ ਹੁਣ ਇਹਦੇ ਵਿੱਚ ਕੀ ਹੁੰਦਾ ਵੀ ਜਿਹੜਾ ਆਪਾਂ ਗੱਲ ਕਰੀਏ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀਟੀ ਦੀਆਂ ਹੈਗੀਆਂ ਇਹ ਪਹਿਲਾਂ ਅਗਰ ਕੰਸਲਟੈਂਟ ਨੂੰ ਪਤਾ ਹੈਗੀ ਹੈ ਵੀ ਕਿਹੜੀ ਯੂਨੀਵਰਸਿਟੀ ਦੇ ਵਿੱਚ ਕੀ ਡਾਕੂਮੈਂਟਸ ਅਸੈਪਟੇਬਲ ਹੈਗੇ ਨੇ ਤੇ ਉਹ ਪਹਿਲਾਂ ਉਸ ਕੇਸ ਨੂੰ ਉਸੇ ਯੂਨੀਵਰਸਿਟੀ 'ਚ ਅਪਲਾਈ ਕਰੇਗਾ ਤਾਂ ਆਪਦਾ ਜੀਟੀ ਕਲੀਅਰ ਕਰਾ ਦੇਗਾ। ਮੈਂ ਤੁਹਾਨੂੰ ਆਪਣੀ ਕੰਪਨੀ ਦੀ ਗੱਲ ਕਰਦਾ ਜੀ ਵੀ ਤੁਸੀਂ ਦੱਸ ਦਿਓ ਵੀ 95% ਤੋਂ ਵੱਧ ਕੇਸ ਐਸੇ ਹੁੰਦੇ ਨੇ ਜਿਹਦੇ ਵਿੱਚ ਅਸੀਂ ਸਿਰਫ ਇੱਕੋ ਯੂਨੀਵਰਸਿਟੀ 'ਚ ਪਾਉਂਦੇ ਹਾਂ, ਬੱਚੇ ਨੂੰ ਕਿਸੇ ਹੋਰ ਯੂਨੀਵਰਸਿਟੀ 'ਚ ਪਾਉਂਦੇ ਨਹੀਂ। ਸਿਰਫ 5% ਕੇਸ ਹੁੰਦੇ ਨੇ ਸਾਡੇ ਕੋਲ ਜਿਹੜੇ ਵੀ ਅਸੀਂ ਇੱਕ ਦੀ ਜਗ੍ਹਾ ਸ਼ਾਇਦ ਦੋ 'ਚ ਪਾਉਣਾ ਪੈ ਜਾਏ ਜਾਂ ਤੀਜੇ 'ਚ, ਉਹ ਵੀ ਉਹਦੇ ਵਿੱਚ ਵੀ 5% 'ਚ ਐਸੇ ਕੁਝ ਹੁੰਦੇ ਵੀ ਸਾਨੂੰ ਲੱਗਦਾ ਵੀ ਯਾਰ ਇਹਨੂੰ ਫੀਸ ਜ਼ਿਆਦਾ ਮਿਲ ਰਹੀ ਹੈ ਆਪਾਂ ਇਹਨੂੰ ਘੱਟ ਫੀਸ ਕਰਵਾ ਦਈਏ ਤਾਂ ਐਡਮਿਸ਼ਨ ਪਾ ਦਈਏ, ਜਾਂ ਹੋ ਸਕਦਾ ਵੀ ਜੀਟੀ ਬੱਚੇ ਦੀ ਨਾ ਕਲੀਅਰ ਹੋਏ ਤਾਂ ਸਾਨੂੰ ਪਾਣੇ ਪੈ ਜਾਏ। ਵੀ ਠੀਕ ਹੈ ਅਸੀਂ ਵੀ ਕੋਈ ਰੱਬ ਨਹੀਂ ਹੈਗੇ, ਵੀ ਅਸੀਂ ਵੀ ਕੋਈ ਇਹ ਨਹੀਂ ਹੈਗਾ ਵੀ ਵੀਜ਼ਾ ਅਫਸਰ ਹੈਗੇ ਆ ਜਾਂ ਐਡਮਿਸ਼ਨ ਆਫਿਸਰ ਹੈਗੇ ਵੀ ਆਪ ਹੀ ਆਪਦੀ ਜੀਟੀ ਕਲੀਅਰ ਕਰ ਦਿੰਦੇ, ਵੀ ਸਾਡੀਆਂ ਵੀ ਜੀਟੀ ਰਿਜੈਕਟ ਹੁੰਦੀਆਂ ਬਟ ਕੋਈ ਦਿੱਕਤ ਵਾਲੀ ਗੱਲ ਨਹੀਂ, ਜੀਟੀ ਰਿਜੈਕਟ ਹੋ ਗਈ ਦੂਜੀ ਯੂਨੀਵਰਸਿਟੀ 'ਚ ਪਾ ਦਿੰਦੇ ਆ ਵੀ ਜਿਹਦੇ ਵਿੱਚ ਅਸੈਪਟ ਹੋ ਜਾਏਗੀ। ਵੀ 95% ਕੇਸ 'ਚ ਮੈਂ ਇੱਕੋ ਹੀ ਗੱਲ ਕਹਿੰਦਾ ਵੀ 95% ਕੇਸ 'ਚ ਅਸੀਂ ਇੱਕੋ ਯੂਨੀਵਰਸਿਟੀ 'ਚ ਅਪਲਾਈ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਵੀ ਇਹ ਕੇਸ ਕਿੱਥੋਂ ਨਿਕਲੇਗਾ। ਹੁਣ ਅਗਰ ਕਿਸੇ ਦੀ
4 ਸਾਲ ਦਾ ਗੈਪ ਹੈਗਾ ਜੀ, ਕੈਸ਼ ਇਨ ਹੈਂਡ ਸੈਲਰੀ ਆ ਰਹੀ ਹੈ, ਪਰਸੈਂਟੇਜ ਵਧੀਆ ਹੈ, ਗੈਪ ਜੋ ਬੈਂਡ ਵਧੀਆ ਹੈ ਨਹੀਂ, ਸਪਾਊਸ ਦੀ ਗ੍ਰੈਜੂਏਸ਼ਨ ਹੈ, 1 ਸਾਲ ਪੁਰਾਣੀ ਮੈਰਿਜ, ਸਾਨੂੰ ਪਤਾ ਵੀ ਇਹਨੂੰ ਕੋਈ ਵੀ ਯੂਨੀਵਰਸਿਟੀ ਲੈ ਜਾਏਗੀ, ਅਸੀਂ ਉਹਦੇ ਅਕੋਰਡਿੰਗਲੀ ਪਾਉਂਦੇ ਹਾਂ। ਜੇ ਸਾਨੂੰ ਪਤਾ ਵੀ ਕੈਸ਼ ਇਨ ਹੈਂਡ ਸੈਲਰੀ ਹੈ, ਸਪਾਊਸ ਨਵਾਂ ਹੀ ਮੈਰਿਜ ਹੈ, ਸਪਾਊਸ ਦੀ ਗ੍ਰੈਜੂਏਸ਼ਨ ਹੀ, ਅਸੀਂ ਉਹਨੂੰ ਉਸ ਤਰੀਕੇ ਨਾਲ ਪਾਉਂਦੇ ਹਾਂ। ਵੀ ਕੇਸ ਟੂ ਕੇਸ ਡਿਪੈਂਡ ਕਰਦਾ। ਹੁਣ ਇਹ ਨਹੀਂ ਹੈਗਾ ਵੀ 1 ਸਾਲ ਪੁਰਾਣੀ ਯੂਨੀਵਰਸਿਟੀ ਮੈਰਿਜ ਮੰਗ ਰਹੀ ਹੈ ਅਤੇ ਅਸੀਂ ਉਹਨੂੰ ਐਡਮਿਸ਼ਨ ਪਾ ਦਿੰਦੇ ਹਾਂ ਐਸੀ ਯੂਨੀਵਰਸਿਟੀ ਜਿੱਥੇ ਜਿਵੇਂ ਬੱਚੇ ਦੀ ਮੈਰਿਜ ਹੈ 2 ਮਹੀਨੇ ਪੁਰਾਣੀ। ਹੁਣ ਪਤਾ ਹੀ ਹੈ ਵੀ ਐਡਮਿਸ਼ਨ ਕੰਡੀਸ਼ਨਲ ਆ ਜਾਏਗੀ, GT ਕਦੇ ਜ਼ਿੰਦਗੀ 'ਚ ਨਹੀਂ ਕਲੀਅਰ ਹੋਣੀ। ਵੀ ਜ਼ਿੰਦਗੀ ਇੱਕੋ ਹੀ ਤਰੀਕਾ GT ਕਲੀਅਰ ਕਰਨ ਦਾ ਵੀ 10 ਮਹੀਨੇ ਵੇਟ ਕਰੋ ਤੁਸੀਂ, ਵੀ ਜਦ 1 ਸਾਲ ਪੁਰਾਣਾ ਜਿਹੜਾ ਸਰਟੀਫਿਕੇਟ 1 ਸਾਲ ਪੁਰਾਣਾ ਹੋ ਜਾਏਗਾ ਅਤੇ ਉਦੋਂ ਹੀ ਤੁਹਾਡੀ GT ਕਲੀਅਰ ਹੋਣੀ ਹੈ। ਹੁਣ ਕੰਸਲਟੈਂਟ 2 ਤਰੀਕੇ ਦੇ ਨੇ, ਇੱਕ ਸਾਡੇ ਵਰਗੇ ਅਸੀਂ ਪਹਿਲਾਂ ਹੀ ਦੇਖ ਕੇ ਜਾ ਦਾਂਗੇ ਵੀ ਨਵੀਂ ਮੈਰਿਜ ਕਿੱਥੇ ਐਕਸੈਪਟ ਹੋਏਗੀ, ਅਤੇ ਕਈ ਕੰਸਲਟੈਂਟ ਐਸੇ ਹੈ ਵੀ 1 ਸਾਲ ਪੁਰਾਣੀ ਮੈਰਿਜ ਤਾਂ ਹੁੰਦੀ ਨਹੀਂ ਤੁਹਾਡੀ, ਲੇਕਿਨ ਕਰ ਦੇਣਗੇ ਤੁਹਾਡੀ 1 ਸਾਲ ਪੁਰਾਣੀ ਮੈਰਿਜ, ਕਰਾ ਜ਼ਰੂਰ ਦੇਣਗੇ। ਵੀ ਤੁਸੀਂ 8-10 ਮਹੀਨੇ ਤੁਹਾਡਾ ਵੇਸਟ ਕਰਾ ਦੇਣਗੇ, 10 ਮਹੀਨੇ ਬਾਅਦ ਕਹਿੰਦੇ ਜਾਓ ਜੀ ਗੱਲ ਇੱਕ ਚੀਜ਼ ਤਾਂ ਤੁਹਾਡੀ ਪੂਰੀ ਹੋ ਗਈ ਜੀ, ਵੀ ਤੁਹਾਡੀ ਮੈਰਿਜ ਤਾਂ ਅਸੀਂ ਪੁਰਾਣੀ ਕਰਵਾਤੀ ਵੀ 1 ਸਾਲ ਪੁਰਾਣੀ ਕਰਵਾਤੀ। ਵੀ ਇਹ ਵੀ ਪੋਸੀਬਿਲਿਟੀ ਤੁਹਾਡੇ ਦੀ ਹੋ ਸਕਦੀ ਹੈ। ਬਟ ਗੱਲ ਉੱਥੇ ਘੁੰਮ ਫਿਰ ਕੇ ਆ ਜਾਂਦੀ ਹੈ ਸਾਰੀ, ਵੀ ਅਗਰ ਕੰਸਲਟੈਂਟ ਨੂੰ ਪਤਾ ਵੀ ਕਿਹੜੀ ਯੂਨੀਵਰਸਿਟੀ ਦੀ ਕੀ GT ਦੀ ਰਿਕੁਆਇਰਮੈਂਟ ਹੈ ਅਤੇ ਉਸੀ ਅਕੋਰਡਿੰਗ ਜੇ ਉਹ ਕੇਸ ਫੜਦਾ ਅਤੇ ਉਸੀ ਅਕੋਰਡਿੰਗ ਅਪਲਾਈ ਕਰੇਗਾ, ਉਹਦੀ GT ਕਦੇ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਕੇਸ 'ਚ। ਅਤੇ ਇਹੀ ਕੁਐਸਚਨ ਦਾ ਆਨਸਰ ਹੈਗਾ ਜੀ। ਓਕੇ ਸਰ, ਸੋ ਸਾਡਾ ਨੈਕਸਟ ਕੁਐਸਚਨ ਆ ਕਿ ਸਪਾਊਸ ਦੀ ਜੋ SOP ਆ ਉਹ ਅਟੈਚ ਹੁੰਦੀ ਆ ਮੇਨ ਐਪਲੀਕੈਂਟ ਦੇ ਨਾਲ? ਦੇਖੋ, ਸਪਾਊਸ ਦੀ SOP ਅਟੈਚ ਕਰਨੀ ਚੰਗੀ ਗੱਲ ਹੈਗੀ ਹੈ। ਵੀ ਸਪਾਊਸ ਵੈਸੇ ਟੈਕਨੀਕਲੀ ਐਮਬੈਸੀ ਦੀ ਰਿਕੁਆਇਰਮੈਂਟ ਹੁੰਦੀ ਹੈ ਵੀ ਸਪਾਊਸ ਆਪਣੀ GT ਸਟੇਟਮੈਂਟ ਦੇ। ਇਹਦੇ ਵਿੱਚ ਕੀ ਦੇਖਣਾ ਜ਼ਰੂਰੀ ਹੈ ਵੀ ਮੇਰਾ ਬੈਕਗਰਾਊਂਡ ਕੀ ਹੈ, ਪੜ੍ਹਾਈ ਕੀ ਕੀਤੀ ਹੈ ਜੀ, ਮੈਂ ਕੀ ਕੰਮ ਕਰਦਾ ਇੰਡੀਆ 'ਚ, ਅਤੇ ਮੈਂ ਉੱਥੇ ਜਾਣਾ ਕਿਉਂ ਚਾਹੁੰਦਾ, ਅਤੇ ਉੱਥੇ ਜਾ ਕੇ ਮੈਂ ਕਰੂੰਗਾ ਕੀ ਹੈਲਪ ਕਰੂੰਗਾ ਉੱਥੇ ਜਾ ਕੇ, ਵੀ ਜਿਹਦਾ ਵੀ ਮੇਰੀ ਵਾਈਫ ਜਿਹੜੀ ਪੜ੍ਹਨ ਜਾ ਰਹੀ ਹੈ ਉਹਨੂੰ ਕੀ ਹੈਲਪ ਮਿਲੇਗੀ। ਐਗਜ਼ਾਮਪਲ ਦਿੰਦਾ ਜੀ, ਉਹ ਇਹ ਕਹਿ ਸਕਦਾ ਜੀ ਮੈਂ ਕੰਮ ਕਰ ਦੂੰਗਾ ਉੱਥੇ ਜਾ ਕੇ, ਜਿਹਦੇ ਨਾਲ ਸਾਨੂੰ ਫਾਈਨੈਂਸ਼ੀਅਲੀ ਸਟਰੋਂਗ ਰਵਾਂਗੇ, ਅਸੀਂ ਰਹਿਣ ਖਾਣ ਪੀਣ ਦਾ ਸਾਡਾ ਖਰਚਾ ਨਿਕਲ ਸਕਦਾ ਹੈ, ਅਤੇ ਅਸੀਂ ਹੋਰ ਮੇਰੀ ਵਾਈਫ ਨੇ ਜਿਹੜਾ ਪੜ੍ਹਾਈ ਕਰਨੀ ਉਹ ਆਰਾਮ ਨਾਲ ਕਰ ਸਕਦੀ ਹੈ, ਅਤੇ ਉਹਦੇ ਲਈ ਮੈਂ ਘਰ 'ਚ ਕੰਮ ਦੇ ਵਿੱਚ ਹੈਲਪ ਕਰ ਸਕਦਾ ਤਾਂ ਕਿ ਮੇਰੀ ਵਾਈਫ ਨੂੰ ਘਰ ਦਾ ਕੰਮ ਕਰਨ ਦੀ ਲੋੜ ਨਾ ਪਵੇ, ਅਤੇ ਉਹ ਆਪਦਾ ਕੰਸਨਟਰੇਟ ਆਪਦੀ ਪੜ੍ਹਾਈ ਦੇ ਉੱਤੇ ਕਰ ਸਕੇ ਪ੍ਰੋਪਰ ਦੀ, ਵੀ ਉਹਨੂੰ ਕੰਮ ਨਾ ਕਰਨਾ ਪਏ। ਅਤੇ ਉਹਨੂੰ ਮੈਂ ਲਾਈਕ ਮੋਰਲੀ ਸਪੋਰਟ ਕਰ ਸਕਦਾ ਜੀ, ਕਿਉਂਕਿ ਇਕੱਲਾ ਬੰਦਾ ਵੀ ਵਾਈਫ ਇਕੱਲੀ ਜਾ ਰਹੀ ਹੈ ਵੀ ਉਹਨੂੰ ਵੀ ਲਾਈਕ ਬੋਰ ਹੋ ਜਾਂਦਾ ਬੰਦਾ, ਜਾਂ ਫਿਰ ਉਹ ਮੈਂਟਲੀ ਜਿਹਨੂੰ ਕਹਿੰਦੇ ਵੀ ਇੱਕ ਦਿਮਾਗ ਉਹਦਾ ਇੰਡੀਆ 'ਚ ਹੀ ਰਹਿੰਦਾ ਵੀ ਮੇਰੇ ਹਸਬੈਂਡ ਇੰਡੀਆ 'ਚ ਨੇ, ਵੀ ਬੋਰ ਹੋ ਜਾਂਦਾ ਜਿਹਨੂੰ ਕਹਿੰਦੇ ਵੀ, ਅਤੇ ਉਹਦੇ ਨਾਲ ਇਕੱਠੇ ਰਹਿਣਗੇ। ਜੇ ਪੜ੍ਹਾਈ ਦੇ ਟਾਈਮ 'ਤੇ ਜੀ ਮੇਰੀ ਵਾਈਫ ਪੜ੍ਹਾਈ ਕਰਨ ਜਾਏਗੀ ਤਾਂ ਮੈਨੂੰ ਛੱਡ ਕੇ ਆ ਸਕਦਾ, ਲੈ ਕੇ ਆ ਸਕਦਾ ਹੈ, ਫਿਰ ਉਹਦੇ ਲਈ ਘਰ ਦਾ ਕੰਮ ਥੋੜ੍ਹਾ ਜਿਹਾ ਮੈਂ ਕਰ ਸਕਦਾ ਵੀ ਜਿਹਦੇ ਨਾਲ ਉਹਨੂੰ ਸਪੋਰਟ ਮਿਲੇ। ਅਤੇ ਉਸ ਤੋਂ ਬਾਅਦ ਜਦੋਂ ਛੁੱਟੀਆਂ ਆਉਣ ਅਤੇ ਜਦੋਂ ਮੈਂ ਆਪਦਾ ਕੰਮ ਕਰਾਂ ਉਹ ਵੀ ਆਪਦਾ ਕੰਮ ਕਰੇ, ਘੁੰਮਣ ਫਿਰ ਸਕਦੇ ਹਾਂ, ਵੀ ਸਾਡੀ ਜਿਹੜੀ ਮੈਰਿਡ ਲਾਈਫ ਨਹੀਂ ਖਰਾਬ ਹੋਏਗੀ। ਵੀ ਅਗਰ ਮੈਂ ਇਕੱਲਾ ਮੇਰੀ ਵਾਈਫ ਚਲੀ ਜਾਂਦੀ ਹੈ ਅਤੇ ਮੈਂ ਇੱਥੇ ਰਹਿ ਜਾਂਦਾ, ਕਿਤੇ ਨਾ ਕਿਤੇ ਪੋਸੀਬਿਲਿਟੀ ਹੈਗੀ ਵੀ ਸਾਡੀ ਮੈਰਿਡ ਲਾਈਫ ਖਰਾਬ ਹੋਏਗੀ, ਅਤੇ ਸਾਨੂੰ ਹੋ ਸਕਦਾ ਅਸੀਂ ਸੈਪਰੇਟਡ ਵੀ ਹੋ ਜਾਈਏ। ਅਤੇ ਉਹ ਫਿਰ ਆਪਣੀ ਵੀ ਜੋੜ ਸਕਦਾ ਵੀ ਮੈਂ ਮੇਰੀ ਸੇਵਿੰਗਸ ਹੈ, ਮੇਰੇ ਫੈਮਿਲੀ ਦੀ ਇਨਕਮ ਹੈਗੀ ਹੈ, ਅਤੇ ਸਾਡੀ ਪ੍ਰੋਪਰਟੀ ਹੈ, ਇਹ ਸਾਰੀਆਂ ਵੀ ਹੈਗੀਆਂ, ਅਤੇ ਇਹ ਸਾਰਾ ਇੰਡੀਆ ਦੇ ਵਿੱਚ ਹੈਗੀਆਂ, ਅਤੇ ਇਸ ਕਰਕੇ ਮੈਂ ਵਾਪਸ ਆਊਂਗਾ। ਅਤੇ ਉਹ ਇਹ ਵੀ ਕਹਿ ਸਕਦਾ ਵੀ ਮੈਨੂੰ ਇਹ ਫਲਾਣੀ ਪਾਰਟ ਟਾਈਮ ਜੋਬ ਆਸਟ੍ਰੇਲੀਆ 'ਚ ਮਿਲ ਸਕਦੀਆਂ, ਫਲਾਣੀਆਂ ਮੈਂ ਇੰਨਾ ਕੁ ਮੈਨੂੰ ਸੈਲਰੀ ਮਿਲ ਸਕਦੀ ਹੈ, ਅਤੇ ਜਿਹੜੀ ਸਾਨੂੰ ਅਦਰਵਾਈਜ਼ ਸਪੋਰਟ ਕਰੇਗੀ ਸਾਨੂੰ ਖਰਚੇ ਕੱਢਣ ਦੇ ਵਿੱਚ। ਅਤੇ ਇਹ ਸਾਰੀਆਂ ਚੀਜ਼ਾਂ ਅਗਰ ਬੱਚਾ ਲਿਖਦਾ ਹੈ ਤਾਂ ਕਿਤੇ ਨਾ ਕਿਤੇ ਉਹਨੂੰ ਸਪਾਊਸ ਦੇ ਵੀਜ਼ਾ ਦੇ ਵਿੱਚ ਉਹਨੂੰ ਸਪੋਰਟ ਮਿਲਦੀ ਹੈ। ਸਾਡੀ ਕੰਪਨੀ ਦਾ ਕਰਦੀ ਹੈ ਜੀ, ਸਾਰੇ ਸਪਾਊਸ ਦੀ ਅਸੀਂ GT ਸਟੇਟਮੈਂਟ ਜ਼ਰੂਰ ਦਿਖਾਉਂਦੇ ਹਾਂ, ਬਾਕੀ ਕੰਪਨੀਆਂ ਨੇ ਪਤਾ ਨਹੀਂ ਵੀ ਕਿਆ ਕਰਦੀਆਂ ਕਿਆ ਨਹੀਂ ਕਰਦੀਆਂ ਹੈਗੀਆਂ ਜੀ। ਮੈਰਿਜ ਨੂੰ ਲੈ ਕੇ ਸਰ ਕਿਹੜੇ ਪ੍ਰੂਫਸ ਹੋਣੇ ਚਾਹੀਦੇ ਆ, ਕਿਹੜੀ ਰਿਕੁਆਇਰਮੈਂਟਸ ਹੁੰਦੀਆਂ? ਤੇ ਕੋਈ ਯੂਨੀਵਰਸਿਟੀ ਡਿਪੈਂਡ ਕਰਦਾ ਕਿ ਯੂਨੀਵਰਸਿਟੀ ਮੈਰਿਜ ਦੀਆਂ ਫੋਟੋ ਮੰਗਦੀ ਹੈ ਅਤੇ ਸਾਰੀਆਂ ਲਾਈਕ ਡਿਟੇਲਸ ਮੰਗਦੀ ਹੈ ਤਾਂ ਪ੍ਰੋਵਾਈਡ ਕਰਨਾ ਜ਼ਰੂਰੀ ਹੈਗੀ ਹੈ ਜੀ। ਬਟ ਅਗਰ ਆਪਾਂ ਜਨਰਲ ਗੱਲ ਕਰੀਏ ਤਾਂ ਮੈਰਿਜ ਸਰਟੀਫਿਕੇਟ ਇਨਫ ਹੁੰਦਾ ਹੈ। ਵੀ ਤੁਸੀਂ ਕਈ ਜ਼ਰੂਰੀ ਨਹੀਂ ਹੈਗਾ ਵੀ ਕੋਈ ਇਕੱਠ ਕਰਦਾ ਕੋਈ ਨਹੀਂ ਕਰਦਾ, ਕੋਈ ਜਿਵੇਂ ਚੁੰਨੀ ਚੜਾ ਕੇ ਦੇ ਆਉਂਦੇ ਕਈ ਵੀ, ਚਲੋ ਜੀ ਆਪਾਂ ਪਹਿਲਾਂ ਆਪਾਂ ਫਾਈਲ ਲਗਾ ਕੇ ਵੀਜ਼ਾ ਲੈ ਲਈਏ, ਜਾਣ ਤੋਂ ਪਹਿਲਾਂ ਆਪਾਂ ਵੱਡਾ ਵਿਆਹ ਕਰ ਦਾਂਗੇ, ਉਹ ਵੀ ਪੋਸੀਬਲ ਹੈ। ਫਿਰ ਅੱਜ ਕੱਲ੍ਹ ਕਰੋਨਾ ਵਾਇਰਸ ਦੇ ਚੱਕਰ 'ਚ ਵੀ ਬੱਚੇ ਨਹੀਂ ਇਕੱਠ ਕਰ ਪਾ ਰਹੇ, ਜਿਵੇਂ ਫੈਮਲੀਜ਼ ਨਹੀਂ ਇਕੱਠ ਕਰ ਪਾ ਰਹੀਆਂ, ਉਹ ਵੀ ਚੀਜ਼ ਅਸੈਪਟੇਬਲ ਹੈ, ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ। ਬਟ ਐਸ ਸੱਚ ਆਪਾਂ ਗੱਲ ਕਰੀਏ ਵੀ ਅਗਰ ਆਪਾਂ ਮਿਨੀਮਮ ਗੱਲ ਕਰੀਏ ਵੀ ਘੱਟੋ ਘੱਟ ਕੀ ਚਾਹੀਦਾ ਹੈ ਜਿਹਦੇ ਨਾਲ ਸਪਾਊਸ ਵੀਜ਼ਾ ਰੱਖਦਾ ਹੈ, ਉਹ ਹੈ ਮੈਰਿਜ ਸਰਟੀਫਿਕੇਟ ਅਤੇ ਇੱਕ ਸਪਾਊਸ ਦਾ ਪਾਸਪੋਰਟ। ਇਸ ਤੋਂ ਇਲਾਵਾ ਅਗਰ ਕੁਝ ਵੀ ਡਾਕੂਮੈਂਟ ਨਹੀਂ ਹੈਗਾ, ਕੋਈ ਦਿੱਕਤ ਵਾਲੀ ਗੱਲ ਨਹੀਂ, ਸਭ ਠੀਕ ਹੈ, ਕੋਈ ਦਿੱਕਤ। ਸੋ ਸਾਡਾ ਨੈਕਸਟ ਕੁਐਸਚਨ ਆ, ਜਿਵੇਂ ਸਪਾਊਸ ਦੇ ਨਾਲ ਬੇਬੀ ਵੀ ਹੁੰਦਾ ਤਾਂ ਕਿੰਨੇ ਸਾਲ ਤੱਕ ਦਾ ਬੇਬੀ ਆ ਜਿਹੜਾ ਮਤਲਬ ਕਿ ਐਕਸੈਪਟਡ ਆ ਵੀ ਉਹਦੇ ਇੰਨੇ ਸਾਲ ਦਾ ਬੇਬੀ ਨੂੰ ਤੁਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਹੋ? ਦੇਖੋ, ਬੱਚਾ ਜਿਹੜਾ ਹੈਗਾ ਐਸਾ ਕੋਈ ਰੂਲ ਨਹੀਂ ਹੈਗਾ ਵੀ ਵੱਡਾ ਬੱਚਾ ਨਹੀਂ ਜਾ ਸਕਦਾ ਹੈਗਾ। ਬਟ ਇੱਕ ਡਰਾਬੈਕ ਆ ਜਾਂਦਾ ਇਹਦੇ ਵਿੱਚ ਵੀ ਅਗਰ 5 ਸਾਲ ਤੋਂ ਵੱਧ ਬੱਚਾ ਹੈਗਾ ਅਤੇ ਉਹਦੇ ਵਿੱਚ ਤੁਸੀਂ ਉਹਨੂੰ ਘਰੇ ਨਹੀਂ ਬਿਠਾ ਸਕਦੇ, ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਉਹਨੂੰ ਪੜ੍ਹਾਉਣਾ ਪਏਗਾ ਸਕੂਲ ਦੇ ਵਿੱਚ, ਅਤੇ ਜਿਹਦੀ ਫੀਸ ਘੱਟੋ ਘੱਟ 7-8 ਲੱਖ ਰੁਪਏ 1 ਸਾਲ ਤੋਂ ਘੱਟ ਫੀਸ ਨਹੀਂ ਹੁੰਦੀ
ਹੁੰਦੀ ਹੈਗੀ ਆਸਟ੍ਰੇਲੀਆ 'ਚ ਬੱਚੇ ਨੂੰ ਪੜ੍ਹਾਉਣ ਦੀ, ਵੈਸੇ ਪਹਿਲੀ ਕਲਾਸ ਤੋਂ ਹੀ ਲਾ ਲਓ ਵੀ ਇੰਨੀ ਫੀਸ ਬਣਦੀ ਹੈ। ਇਸ ਕਰਕੇ ਜਦ ਤੁਸੀਂ ਫਾਇਦੇ ਲਗਾਉਂਦੇ ਹੋ, ਅਗਰ ਬੱਚਾ 5 ਸਾਲ ਤੋਂ ਘੱਟ ਹੈ ਫਿਰ ਤਾਂ ਐਜ਼ ਇਟ ਇਜ਼ ਐਂ ਵੀਜ਼ਾ ਮਿਲ ਜਾਏਗਾ, ਅਤੇ ਉੱਥੇ ਜਾ ਕੇ ਤੁਸੀਂ ਫਿਰ ਲਾਈਕ ਪੜ੍ਹਾਉਣਾ ਤਾਂ ਪਏਗਾ ਹੀ ਖੈਰ, ਅਤੇ ਉਹ ਤੁਸੀਂ ਉੱਥੇ ਜਾ ਕੇ ਮੈਨੇਜ ਕਰ ਸਕਦੇ ਹੋ ਉਹਦਾ ਜੋ ਵੀ ਹੈਗਾ। ਅਤੇ ਅਗਰ 5 ਸਾਲ ਤੋਂ ਵੱਧ ਬੱਚਾ ਹੈਗਾ ਅਤੇ ਤੁਸੀਂ ਉਹਦਾ ਨਾਜ਼ ਅਪਲਾਈ ਕਰਦੇ ਹੋ, ਤੁਹਾਡਾ ਵੀਜ਼ਾ ਉਦੋਂ ਹੀ ਗਰਾਂਟ ਹੋਏਗਾ ਜਦ ਉਹ ਬੱਚੇ ਦੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਐਡਮਿਸ਼ਨ ਕਰਵਾਓਗੇ, ਉਹਦੀ COE ਮਿਲੇਗੀ, COE ਨਾਜ਼ ਅਟੈਚ ਕਰੋਗੇ, ਫਿਰ ਵੀਜ਼ਾ ਗਰਾਂਟ ਹੋਏਗਾ, ਨਹੀਂ ਤਾਂ ਵੀਜ਼ਾ ਗਰਾਂਟ ਨਹੀਂ ਹੋਏਗਾ ਵੀ ਬੱਚੇ ਦਾ। ਤਾਂ ਮੈਂ ਜਿਹੜਾ ਸੇਫ ਲੈ ਕੇ ਚੱਲਦਾ, ਮੈਂ ਕਹਿੰਦਾ 4.5 ਸਾਲ ਦਾ ਅਗਰ ਤੁਹਾਡਾ ਬੱਚਾ ਹੈਗਾ, 4.5 ਸਾਲ ਤੱਕ ਦਾ ਬੱਚਾ ਤੁਸੀਂ ਨਾਜ਼ ਅਪਲਾਈ ਕਰੋ, ਵੀਜ਼ਾ ਲੈ ਲਓ, ਉੱਥੇ ਜਾ ਕੇ ਆਪਣੀ ਐਡਮਿਸ਼ਨ ਕਰਾ ਦਿਓ, ਜੋ ਮਰਜ਼ੀ ਕਰਿਓ, ਤੁਹਾਡੀ ਮਰਜ਼ੀ ਹੈ। ਬਟ ਅਗਰ ਇੰਡੀਆ ਤੋਂ ਹੀ ਬੱਚੇ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਵੱਡੇ ਦਾ, ਤਾਂ ਤੁਹਾਨੂੰ ਪਹਿਲਾਂ ਉਹਦੀ ਐਡਮਿਸ਼ਨ ਕਰਾਉਣੀ ਪਏਗੀ, ਉਹਦੀ COE ਇਸ਼ੂ ਕਰਾਉਣੀ ਪਏਗੀ ਫੀਸ ਭਰ ਕੇ, ਫਿਰ ਤੁਸੀਂ ਅਟੈਚ ਕਰੋਗੇ ਆਪਣੀ ਐਪਲੀਕੇਸ਼ਨ ਨਾਲ ਤਦ ਤੁਹਾਡਾ ਵੀਜ਼ਾ ਆਏਗਾ ਬੱਚੇ ਦਾ। ਅਤੇ ਇਹਦੇ ਵਿੱਚ ਇੱਕ ਹੋਰ ਆਪਸ਼ਨ ਬਣ ਜਾਂਦੀ ਹੈ ਵੀ ਅਗਰ ਤੁਸੀਂ ਬੱਚੇ ਦਾ ਵੱਡੇ ਬੱਚੇ ਦਾ ਬਾਅਦ 'ਚੋਂ ਅਪਲਾਈ ਕਰ ਸਕਦੇ ਹੋ, ਬਾਅਦ 'ਚੋਂ ਫਿਰ ਉਹੀ COE ਮੰਗੇਗੇ, ਸਾਰਾ ਕੁਝ ਮੰਗੇਗਾ, ਉਦੋਂ ਤੁਸੀਂ ਅਟੈਚ ਕਰਕੇ ਅਤੇ ਬੱਚੇ ਦਾ ਵੀਜ਼ਾ ਬਾਅਦ 'ਚੋਂ ਦਵਾ ਸਕਦੇ ਹੋ। ਵੀ ਤੁਸੀਂ ਕਹੋ ਵੀ ਪਹਿਲਾਂ ਅਸੀਂ ਚਲੇ ਜਾਂਦੇ, ਬਾਅਦ 'ਚੋਂ ਬੱਚੇ ਨੂੰ ਬੁਲਾ ਦਾਂਗੇ, ਇਹ ਵੀ ਪੋਸੀਬਿਲਿਟੀ ਹੈ। ਬਟ ਇਕੱਠਿਆਂ ਦਾ ਅਗਰ ਫਾਇਦਾ ਲਗਾ ਕੇ ਵੀਜ਼ਾ ਲੈਣਾ ਹੈ, ਅਤੇ ਖਰਚੇ 'ਚ ਜ਼ਿਆਦਾ ਫਰਕ ਨਹੀਂ ਪੈਣਾ, ਜਿਹਦੇ 'ਚ ਕਦੀ ਕੰਬੈਸੀ ਫੀ ਹੋਏਗੀ, ਇੱਕ ਤੁਹਾਡੇ ਫੰਡ ਐਕਸਟਰਾ ਸ਼ੋ ਹੋਣਗੇ, ਅਤੇ ਇੱਕ ਇੰਸ਼ੋਰੈਂਸ ਦਾ ਥੋੜ੍ਹਾ ਜਿਹਾ ਫਰਕ ਪਏਗਾ। ਵੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲਾ ਲਓ ਵੀ 1.5 ਲੱਖ ਤੋਂ ਵੱਧ ਫਰਕ ਨਹੀਂ ਪੈਂਦਾ ਹੈਗਾ ਵੀ ਇੱਕ ਬੱਚੇ ਦਾ। ਅਤੇ ਇਕੱਠੇ ਅਗਰ 4.5 ਸਾਲ ਦਾ ਬੱਚਾ ਹੈਗਾ, ਤੁਸੀਂ ਇਕੱਠੇ ਅਪਲਾਈ ਕਰਕੇ ਵੀਜ਼ਾ ਲਓ, ਕੋਈ ਦਿੱਕਤ ਨਹੀਂ। ਇੱਕ ਬੱਚੇ ਹੈ, 2 ਬੱਚੇ ਹੈ, 3 ਬੱਚੇ ਹੈ, ਸਾਰਿਆਂ ਦਾ ਵੀਜ਼ਾ ਲੈ ਲਓ। ਨਹੀਂ ਤੇ ਜਾਣਾ ਚਾਹੁੰਦੇ, ਤੁਹਾਨੂੰ ਐਂ ਲੱਗਦਾ ਵੀ ਯਾਰ ਉੱਥੇ ਜਾ ਕੇ ਸਾਨੂੰ ਹਜੇ ਦਿੱਕਤ ਆਏਗੀ ਵੀ ਬੱਚੇ ਸਮਝਾਂਗੇ ਜੇ ਅਸੀਂ ਆਪ ਸਮਝਾਂਗੇ, ਵੀਜ਼ਾ ਲੈ ਜਾਓ, ਬੱਚਿਆਂ ਨੂੰ ਇੱਥੇ ਛੱਡ ਦਿਓ, ਤੁਸੀਂ ਚਲੇ ਜਾਓ, 2-4 ਮਹੀਨੇ ਬਾਅਦ ਜਦ ਤੁਹਾਡੀ ਸੈਟਿੰਗ ਹੋ ਜਾਏਗੀ, ਸਾਰਾ ਕੁਝ ਸਮਝ ਗਿਆ ਸਿਸਟਮ ਜਾਂ, ਉਦੋਂ ਬੱਚਿਆਂ ਨੂੰ ਤੁਸੀਂ ਵੀਜ਼ਾ ਤਾਂ ਲੱਗੇ ਹੀ ਹੋਇਆ, ਉਹਨਾਂ ਨੇ ਟਿਕਟ ਲੈ ਕੇ ਆ ਜਾਣਾ ਵੀ ਉਹ ਇਕੱਲੇ ਵੀ ਆ ਸਕਦੇ ਨੇ, ਜਾਂ ਫਿਰ ਕੋਈ ਇੰਡੀਆ ਤੋਂ ਤੁਸੀਂ ਆਪਣੇ ਪੇਰੈਂਟਸ ਦਾ ਟੂਰਿਸਟ ਵੀਜ਼ਾ ਅਪਲਾਈ ਕਰਕੇ ਵੀ ਉਹ ਛੱਡਣ ਉਹਨਾਂ ਨੂੰ ਆ ਸਕਦੇ ਨੇ, ਜਾਂ ਫਿਰ ਕੋਈ ਆਸਟ੍ਰੇਲੀਆ ਤੋਂ ਇੱਕ ਬੰਦਾ ਆ ਕੇ ਬੱਚਿਆਂ ਨੂੰ ਲੈ ਜਾਏ, ਇਹ ਵੀ ਪੋਸੀਬਲ ਹੈ। ਵੀ ਇਸ ਕਰਕੇ ਮੇਰੀ ਰਾਏ ਇਹ ਰਹਿੰਦੀ ਹੈ ਵੀ ਬੱਚਿਆਂ ਨੂੰ ਅਗਰ 4.5 ਸਾਲ ਤੱਕ ਦੇ ਬੱਚੇ ਹੈਗੇ ਨੇ, ਤੁਸੀਂ ਉਹਨਾਂ ਨੂੰ ਇੰਡੀਆ 'ਚ ਵੀਜ਼ਾ ਤੋਂ ਬਿਨਾਂ ਨਾ ਛੱਡੋ, ਵੀਜ਼ਾ ਲਵਾ ਕੇ ਬੇਸ਼ੱਕ ਛੱਡ ਦਿਓ, ਵੀ ਕੱਲ੍ਹ ਨੂੰ ਵਰਨਾ ਬੱਚਿਆਂ ਨੂੰ ਦਿੱਕਤ ਆਏਗੀ ਵੀਜ਼ਾ ਲੈਣ 'ਚ ਵੀ ਕਿਤੇ ਨਾ ਕਿਤੇ ਪ੍ਰੋਬਲਮ ਰਹਿੰਦੀ ਹੈ ਕਿਤੇ ਨਾ ਕਿਤੇ। ਓਕੇ ਸਰ, ਸਾਡਾ ਨੈਕਸਟ ਕੁਐਸਚਨ ਆ ਕਿ ਸਪਾਊਸ ਕੇਸ ਦੇ ਵਿੱਚ ਫਾਈਲ ਨੂੰ ਆਪਾਂ ਕਿਵੇਂ ਸਟਰੋਂਗ ਕਰ ਸਕਦੇ ਹਾਂ? ਇੱਦਾਂ ਦਾ ਕਿਹੜੇ ਡਾਕੂਮੈਂਟਸ ਹੁੰਦੇ ਆ ਕਿ ਆਪਾਂ ਪਹਿਲਾਂ ਤੋਂ ਹੀ ਫਾਈਲ ਇੰਨੀ ਸਟਰੋਂਗ ਕਰ ਲਈਏ ਕਿ ਸਾਡਾ ਵੀਜ਼ਾ ਆਲਮੋਸਟ ਈਜ਼ੀਲੀ ਪ੍ਰੋਵਾਈਡ ਹੋ ਜਾਵੇ ਸਾਨੂੰ? ਦੇਖੋ ਇਹਦੇ ਵਿੱਚ ਇੱਕ ਇਹ ਤਾਂ ਇਹ ਹੈ ਵੀ ਤੁਸੀਂ ਬੈਂਡ ਜਿੰਨੇ ਵਧੀਆ ਹੋ ਸਕਦੇ ਹੋ ਉਹ ਲਗਾਓ, ਵੀ ਅਗਰ ਐਲੀਕੋਸ ਲੱਗ ਜਾਏ ਠੀਕ ਹੈ, ਵੀਜ਼ਾ ਆ ਜਾਂਦਾ, ਕੋਈ ਦਿੱਕਤ ਨਹੀਂ। ਬਟ ਅਗਰ ਬਿਨਾਂ ਐਲੀਕੋਸ ਦੇ ਫਾਈਲ ਲੱਗ ਸਕਦੀ ਹੈ, ਉਹ ਲਗਾਓ। ਉਹਦੇ ਤਰੀਕਾ ਕੀ ਹੈ ਵੀ ਜਾਂ ਤਾਂ ਤੁਸੀਂ ਕੋਈ ਯੂਨੀਵਰਸਿਟੀ ਜਾਂ ਲੋਕੇਸ਼ਨ ਐਸੀ ਲੈ ਸਕਦੇ ਹੋ ਜਿਹਦੇ ਵਿੱਚ ਜਿੰਨੇ ਤੁਹਾਡੇ IELTS ਜਾਂ PT ਦਾ ਵੀ ਸਕੋਰ ਹੈ, ਉਹਦੇ 'ਚ ਤੁਹਾਨੂੰ ਡਾਇਰੈਕਟ ਐਡਮਿਸ਼ਨ ਮਿਲ ਜਾਏ ਅਤੇ ਐਲੀਕੋਸ ਨਾ ਲੱਗੇ। ਵੀ ਨੈਚੁਰਲੀ ਗੱਲ ਹੈ ਐਲੀਕੋਸ ਲਗਾਉਣਾ ਅਤੇ ਨਾ ਜਗਾਉਣਾ, ਵੀ ਠੀਕ ਹੈ ਵੀਜ਼ੇ ਆ ਜਾਂਦੇ ਨੇ। ਬਟ ਮੈਨੂੰ ਅਗਰ ਕੋਈ ਪੁੱਛੇ ਵੀ ਕਿਹੜੀ ਫਾਈਲ ਜ਼ਿਆਦਾ ਸਟਰੋਂਗ ਹੈ, ਮੈਂ ਕਹੂੰਗਾ ਜੀ ਬਿਨਾਂ ਐਲੀਕੋਸ ਵਾਲੀ ਸਟਰੋਂਗ ਹੈ ਜ਼ਿਆਦਾ ਫਾਈਲ। ਨੈਚੁਰਲ ਦੀ ਗੱਲ ਹੈ, ਯੂਨੀਵਰਸਲ ਟਰੁੱਥ ਹੈ ਵੀ ਬਿਨਾਂ ਐਲੀਕੋਸ ਦੀ ਫਾਈਲ ਜ਼ਿਆਦਾ ਸਟਰੋਂਗ ਹੋਏਗੀ। ਬਟ ਐਲੀਕੋਸ ਦੇ ਨਾਲ ਵੀ ਵੀਜ਼ਾ ਆਉਂਦਾ, ਇਹ ਵੀ ਕੋਈ ਡਾਊਟ ਨਹੀਂ ਹੈਗਾ। ਮੇਰਾ ਕਹਿਣ ਦਾ ਮਤਲਬ ਹੈ ਵੀ ਜਿੱਥੇ ਇੱਕ ਜਗ੍ਹਾ ਤੁਸੀਂ ਕਹਿੰਦੇ ਹੋ ਨਾ ਜੀ ਮੈਨੂੰ ਤਾਂ ਮੈਲਬਨ ਹੀ ਚਾਹੀਦਾ, ਮੇਰੇ ਤਾਂ ਰਿਸ਼ਤੇਦਾਰ ਪੜੋਸ 'ਚ ਰਹਿੰਦੇ ਨੇ, ਮੈਨੂੰ ਉਹ ਯੂਨੀਵਰਸਿਟੀ ਚਾਹੀਦੀ ਹੈ, ਅਤੇ ਉਹ ਯੂਨੀਵਰਸਿਟੀ ਐਲੀਕੋਸ ਲਗਾ ਰਹੀ ਹੈ। ਅਤੇ ਇੱਕ ਤੁਹਾਨੂੰ ਆਪਸ਼ਨ ਮਿਲ ਰਹੀ ਹੈ ਵੀ ਸ਼ਹਿਰ ਕੋਈ ਹੋਰ ਮਿਲ ਰਿਹਾ ਜਾਂ ਯੂਨੀਵਰਸਿਟੀ ਕਿਤੇ ਹੋਰ ਮਿਲ ਰਹੀ ਹੈ ਜਿੱਥੇ ਉਹ ਤੁਹਾਡਾ ਜਿਹੜੀ ਪ੍ਰੋਫਾਈਲ ਹੈ ਐਜ਼ ਇਟ ਇਜ਼ ਅਸੈਪਟੇਬਲ ਹੈ ਬਿਨਾਂ ਐਲੀਕੋਸ ਦੇ। ਅਤੇ ਮੈਂ ਕਹੂੰਗਾ ਜੀ ਜਿੱਥੇ ਡਾਇਰੈਕਟ ਅਸੈਪਟੇਬਲ ਹੈ ਉੱਥੇ ਜਾਓ। ਰਿਸ਼ਤੇਦਾਰਾਂ ਦੀ ਬਾਅਦ ਦੀ ਗੱਲ ਹੈ, 1 ਸਮੈਸਟਰ ਬਾਅਦ ਤੁਸੀਂ ਚੇਂਜ ਕਰਕੇ ਆਪਦੇ ਰਿਸ਼ਤੇਦਾਰਾਂ ਕੋਲ ਆ ਸਕਦੇ ਹੋ। ਵੀ ਕੇਸ ਦੇ ਹਿਸਾਬ ਨਾਲ ਚੱਲੋ, ਵੀ ਅਗਰ ਤੁਹਾਨੂੰ ਵਿਦਾਊਟ ਐਲੀਕੋਸ ਦੀ ਆਪਸ਼ਨ ਮਿਲਦੀ ਹੈ ਤਾਂ ਉੱਥੇ ਅਪਲਾਈ ਕਰੋ। ਉਸ ਤੋਂ ਅਗਰ ਵੀ ਮੈਂ ਤਾਂ ਇਹ ਕਹੂੰਗਾ ਵੀ ਉਹ ਬੈਟਰ ਰਹੇਗਾ ਤੁਹਾਡੇ ਵਾਸਤੇ, ਠੀਕ ਹੈ। ਦੂਸਰੀ ਗੱਲ ਇਹ ਆ ਜਾਂਦੀ ਵੀ ਅਗਰ ਤੁਹਾਡਾ ਗੈਪ ਹੈਗਾ ਅਤੇ ਨੈਚੁਰਲੀ ਗੱਲ ਹੈ ਵੀ ਹੁਣ ਸਪਾਊਸ ਕੇਸ ਰਾਤੋਂ ਰਾਤ ਤਾਂ ਅਪਲਾਈ ਨਹੀਂ ਹੁੰਦਾ ਹੈਗਾ, ਪਹਿਲਾਂ ਮੈਰਿਜ ਦੀ ਪਲੈਨਿੰਗ ਹੁੰਦੀ ਹੈ ਜੀ, ਫਿਰ IELTS ਵੀ ਚਲੋ ਕਰਦਾ ਬੰਦਾ। ਅਤੇ ਅਗਰ ਗੈਪ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਆਪਦੇ ਅਕਾਊਂਟ 'ਚ ਸੈਲਰੀ ਪਾਉਣੀ ਸ਼ੁਰੂ ਕਰ ਦਿਓ। ਵੀ ਤੁਹਾਡੇ ਕਰੰਟ ਅਕਾਊਂਟ 'ਚੋਂ ਵੀ ਕਿਤੋਂ ਵੀ ਜਿੱਥੇ ਵੀ ਤੁਸੀਂ ਜੋਬ ਕਰ ਰਹੇ ਹੋ ਜਾਂ ਜੋਬ ਕਰ ਸਕਦੇ ਹੋ, ਵੀ ਉੱਥੇ ਤੁਸੀਂ ਅਕਾਊਂਟ 'ਚ ਸੈਲਰੀ ਪਾਉਣੀ ਸ਼ੁਰੂ ਕਰ ਦਿਓ। ਵੀ 4-5 ਮਹੀਨੇ ਤੁਹਾਡੀ ਸੈਲਰੀ ਅਕਾਊਂਟ 'ਚ ਆ ਜਾਂਦੀ ਹੈ, ਉਹਦੇ ਨਾਲ ਕੇਸ ਤੁਹਾਡਾ ਸਟਰੋਂਗ ਹੋ ਜਾਂਦਾ। ਤੀਸਰੀ ਗੱਲ ਇਹ ਆ ਜਾਂਦੀ ਵੀ ਹਸਬੈਂਡ ਦੀ ਐਜੂਕੇਸ਼ਨ ਜਾਂ ਕੁਆਲੀਫਿਕੇਸ਼ਨ, ਅਗਰ ਕੁਝ ਪੜ੍ਹਾਈ ਕਰ ਰਹੇ ਨੇ ਅਤੇ ਉਹਨਾਂ ਦੇ ਸਰਟੀਫਿਕੇਟਸ ਵਗੈਰਾ ਤੁਸੀਂ ਪ੍ਰੋਵਾਈਡ ਕਰਾਓ। ਅਤੇ ਨਾਲ ਅਗਰ ਉਹ ਨਹੀਂ ਪੜ੍ਹਾਈ ਜ਼ਿਆਦਾ ਕੀਤੀ ਹੋਈ ਅਤੇ ਉਹਨਾਂ ਦੀਆਂ ਇਨਕਮ ਟੈਕਸ ਰਿਟਰਨਸ ਜਿਹੜੇ ਵੀ ਉਹਨਾਂ ਦੀ ਵੀ ਅਕਾਊਂਟ 'ਚ ਸੈਲਰੀ ਪਾਓ, ਵੀ ਜਿੱਥੇ ਵੀ ਜੋਬ ਕਰਦੇ ਨੇ ਵੀ ਵਧੀਆ ਸੈਲਰੀ ਪਾਓ। ਨਾਲ ਇਨਕਮ ਟੈਕਸ ਰਿਟਰਨਸ ਜਿਹੜੀਆਂ ਹੈਗੀਆਂ ਵੀ ਉਹ ਵੀ ਨਾ ਲਗਾਓ। ਇਹਦੇ ਨਾਲ ਕਿਤੇ ਨਾ ਕਿਤੇ ਵੀ ਓਵਰਆਲ ਕੇਸ ਦੇ ਵਿੱਚ ਡਾਕੂਮੈਂਟੇਸ਼ਨ ਸਟਰੋਂਗ ਹੋ ਜਾਂਦੀ ਹੈ। ਵੀ ਅਗਰ ਮੇਨ ਐਪਲੀਕੈਂਟ ਹੈ ਉਹਦੇ ਅਕਾਊਂਟ 'ਚ ਸੈਲਰੀ ਆ ਰਹੀ ਹੈ, ਹਸਬੈਂਡ ਜਿਹੜੇ ਉਹਨਾਂ ਦੇ ਅਕਾਊਂਟ 'ਚ ਸੈਲਰੀ ਆ ਰਹੀ ਹੈ, ਪਲੱਸ
ਤੁਸੀਂ ਐਜੀਕੋਸ ਜਿੱਥੇ ਬਚ ਰਹੇ ਆ ਉਹ ਬਚਾ ਰਹੇ ਹੋ ਵੀ ਠੀਕ ਆ, ਉਹ ਵੀ ਪੋਸੀਬਿਲਿਟੀ ਬਣਦੀ ਹੈ। ਤੇ ਇਹ ਸਾਰੀਆਂ ਚੀਜ਼ਾਂ ਨਾਲ ਕਿਤੇ ਨਾ ਕਿਤੇ ਸਟਰੋਂਗ ਹੋ ਜਾਂਦਾ ਕੇਸ। ਬਾਕੀ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਗੱਲ ਕਰੀਏ, ਤੁਸੀਂ ਪਹਿਲਾਂ ਹੀ ਜਦ ਤੁਸੀਂ ਸੋਚ ਦਿੱਤਾ ਬਾਹਰ ਜਾਣਾ ਹੈ, ਤੁਸੀਂ ਘੱਟੋ ਘੱਟ ਆਪਣੇ ਅਕਾਊਂਟ 'ਚ ਜਿਹੜੇ ਪੈਸੇ ਪਾਣੇ ਉਹ ਤੋਂ ਪਾ ਕੇ ਰੱਖ ਸਕਦੇ ਹੋ ਵੀ ਉਹਦੇ ਨਾਲ ਵੀ ਫੰਡ ਜਿਹੜੇ ਤੁਹਾਡੇ ਪੁਰਾਣੇ ਹੋ ਜਾਂਦੇ ਨੇ ਉਹ ਵੀ ਸਟਰੋਂਗ ਹੋ ਜਾਂਦੇ ਨੇ। ਵੀ ਇਹ ਸਾਰੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਹੈਲਪ ਕਰਦੀਆਂ। ਇਸ ਤੋਂ ਇਲਾਵਾ ਤੁਸੀਂ ਜਿਹੜੇ ਪੇਰੈਂਟਸ ਨੇ ਹੈਗੇ ਨੇ ਤੁਹਾਡੇ, ਜਿਵੇਂ ਸਪਾਊਸ ਕੇਸ 'ਚ ਲੜਕੀ ਮੇਨ ਐਪਲੀਕੈਂਟ ਹੈ ਅਤੇ ਉਹਨਾਂ ਦੇ ਪੇਰੈਂਟਸ ਹੋ ਗਏ ਅਤੇ ਲੜਕਾ ਜਿਹੜਾ ਹੈਗਾ ਉਹਨਾਂ ਦੇ ਪੇਰੈਂਟਸ ਹੋ ਗਏ, ਇਹ ਸਭ ਦੀ ਇਨਕਮ ਟੈਕਸ ਰਿਟਰਨ ਤੁਸੀਂ ਪਹਿਲਾਂ ਹੀ ਭਰਵਾਓ। ਕੋਸ਼ਿਸ਼ ਕਰੋ ਵੀ ਘੱਟੋ ਘੱਟ 5-5 ਲੱਖ ਰੁਪਏ ਦੀ ਇਨਕਮ ਟੈਕਸ ਰਿਟਰਨ ਸਾਰਿਆਂ ਦੀ ਹੋਣ। ਵੀ ਇਹ ਵੀ ਜਦ ਤੁਸੀਂ ਫਾਈਲ ਲਗਾਓਗੇ ਘੱਟੋ ਘੱਟ 4-5 ਮਹੀਨੇ ਪੁਰਾਣੀਆਂ ਹੋ ਜਾਣਗੀਆਂ ਇਨਕਮ ਟੈਕਸ ਰਿਟਰਨਸ, ਇਹ ਵੀ ਤੁਹਾਨੂੰ ਕਿਤੇ ਨਾ ਕਿਤੇ ਹੈਲਪ ਕਰਨਗੀਆਂ। ਵੀ ਇਹ ਸਾਰੀਆਂ ਚੀਜ਼ਾਂ ਤੁਹਾਡਾ ਕੇਸ ਨੂੰ ਸਟਰੋਂਗ ਕਰਨ ਦੇ ਵਿੱਚ ਹੈਲਪ ਕਰਨਗੀਆਂ, ਜੋ ਕਿ ਮੈਂ ਤਾਂ ਬੱਚਿਆਂ ਨੂੰ ਪਹਿਲੇ ਦਿਨ ਹੀ ਦੱਸ ਦਿੰਦਾ ਵੀ ਇਹ ਸਾਰੇ ਡਾਕੂਮੈਂਟ ਤੁਸੀਂ ਸੈੱਟ ਕਰੋ। ਅਤੇ ਮੈਂ ਤਾਂ ਬਲਕਿ ਇਹੀ ਚਾਹੂੰਗਾ ਵੀ ਆਇਲਟਸ ਕਰਨ ਤੋਂ ਪਹਿਲਾਂ ਹੀ ਮੇਰੇ ਕੋਲ ਆਓ ਤੁਸੀਂ। ਵੀ ਇਹ ਜ਼ਰੂਰੀ ਨਹੀਂ ਹੈਗਾ ਵੀ ਮੈਂ ਤੁਹਾਨੂੰ ਇਹ ਨਹੀਂ ਹੈਗਾ ਵੀ ਅਗਰ ਤੁਸੀਂ ਆਇਲਟਸ ਨਹੀਂ ਕੀਤੀ ਹੋਈ ਤਾਂ ਹਜੇ ਪਲਾਨ ਕਰ ਰਹੇ ਹੋ ਬਾਹਰ ਜਾਣ ਦਾ ਤਾਂ ਮੈਂ ਤੁਹਾਨੂੰ ਐਂਟਰਟੇਨ ਨਹੀਂ ਕਰੂੰਗਾ ਵੀ ਮੈਂ ਕਹਿੰਦਾ ਜੀ ਮੈਂ ਹੈਗਾ ਜਾਣਾ ਜੀ ਵੀ ਮੇਰੇ ਕੋਲ ਕਿਹੜਾ ਹਜੇ ਤਿਆਰ ਹੈ। ਵੀ ਇਹ ਐ ਨਹੀਂ ਹੁੰਦਾ। ਰਿਲੇਸ਼ਨ ਇੱਕ ਦਿਨ 'ਚ ਨਹੀਂ ਬਣਦੇ, ਰਿਲੇਸ਼ਨ ਬਣਨ 'ਚ ਬਹੁਤ ਟਾਈਮ ਲੱਗਦਾ। ਅਤੇ ਮੈਂ ਚਾਹੁੰਦਾ ਵੀ ਬੱਚਾ ਜਦੋਂ ਪੜ੍ਹਾਈ ਆਪਣੀ ਖਤਮ ਕਰਕੇ ਜਾਂ ਹਜੇ ਜਦੋਂ ਵੀ ਪਲੈਨਿੰਗ ਸ਼ੁਰੂ ਕੀਤੀ ਹੈ ਜਾਂ ਵਿਆਹ ਦੀ ਤੁਸੀਂ ਪਲੈਨਿੰਗ ਕਰ ਰਹੇ ਹੋ, ਕੁੜੀ ਦੇਖੀ ਹੈ ਜਾਂ ਮੁੰਡਾ ਦੇਖਿਆ ਤੁਸੀਂ, ਜਾਂ ਕੋਈ ਵੀ ਤੁਹਾਡੀ ਹਜੇ ਇਨੀਸ਼ੀਅਲ ਸਟੇਜ 'ਤੇ ਹੈ ਵੀ ਜਿਹੜੀ ਸਟਾਰਟਿੰਗ ਹੀ ਹੈ, ਵੀ ਮੈਂ ਕਹਿੰਦਾ ਵੀ ਆ ਕੇ ਡਿਸਕਸ ਕਰੋ ਆਪਣਾ ਕੇਸ, ਸਾਰਾ ਪਲਾਨ ਕਰਾ ਲਓ ਮੇਰੇ ਤੋਂ। ਬੇਸ਼ੱਕ 6 ਮਹੀਨੇ ਬਾਅਦ ਤੁਸੀਂ ਆ ਕੇ ਅਪਲਾਈ ਕਰਿਓ, ਸਾਲ ਬਾਅਦ ਆ ਕੇ ਅਪਲਾਈ ਕਰਿਓ, ਬਟ ਆਪਣੀ ਕੇਸ ਦੀ ਪਲੈਨਿੰਗ ਇਸ ਤਰੀਕੇ ਨਾਲ ਕਰਾ ਲਓ ਵੀ ਜਿਹੜਾ ਤੁਸੀਂ ਖੜੇ ਪੈਰ ਜਿਹਨੂੰ ਕਹਿੰਦੇ ਆਪਾਂ ਅਪਲਾਈ ਕਰਦੇ ਹਾਂ ਉਹਦੇ ਨਾਲੋਂ ਅਤੇ ਪਲੈਨਿੰਗ ਨਾਲ ਜਾਂ ਕੇਸ ਨਾਲ ਜ਼ਮੀਨ ਅਸਮਾਨ ਦਾ ਫਰਕ ਹੈ। ਘੱਟੋ ਘੱਟ 2 ਜਾਂ 3 ਗੁਣਾ ਤੁਸੀਂ ਮਜ਼ਬੂਤ ਕੇਸ ਅਪਲਾਈ ਕਰੋਗੇ ਅਗਰ ਪਲੈਨਿੰਗ ਨਾ ਕਰੋਗੇ ਤਾਂ। ਓਕੇ ਜੀ ਸਰ, ਸਾਡਾ ਨੈਕਸਟ ਕੁਐਸਚਨ ਆ ਕਿ ਜਿਵੇਂ ਸਟੂਡੈਂਟਸ ਕਹਿ ਦਿੰਦੇ ਆ ਵੀ ਅਸੀਂ ਤਾਂ ਕੰਟਰੈਕਟ ਮੈਰਿਜ ਨੂੰ ਲੈ ਕੇ ਕੁਛ ਇਦਾਂ ਦਾ ਕਰਨਾ, ਉਹਦੇ ਵਿੱਚ ਫਿਰ ਆਪਾਂ ਕੀ ਕਰਾਂਗੇ? ਇੱਕ ਤਾਂ ਹੁੰਦੀ ਆ ਮਤਲਬ ਕਿ ਉੱਥੇ ਜਾ ਕੇ ਬਸ ਉਹਨਾਂ ਨੇ ਇੱਕ ਸਮੈਸਟਰ ਪੂਰਾ ਕੀਤਾ, ਫਿਰ ਉਹ ਕੰਟਰੈਕਟ ਮੈਰਿਜ ਨੂੰ ਆਪਣਾ ਦੁਬਾਰਾ ਵੀ ਦਿਖਾ ਦਿੰਦੇ ਆ ਕਿ ਨਹੀਂ ਅਸੀਂ ਤਾਂ ਫਿਰ ਉੱਥੇ ਕੰਟੀਨਿਊਸਲੀ ਅਸੀਂ ਵਿਆਹ ਕਰਾ ਲਿਆ। ਫਿਰ ਉਹਦੇ ਵਿੱਚ ਉਹ ਵਿੱਚ 'ਚ ਉਹਨਾਂ ਨੂੰ ਹੋ ਜਾਂਦਾ ਕਿ ਨਹੀਂ ਅਸੀਂ ਇੱਥੇ ਹੀ ਕਰਾਉਣੀ ਆ, ਬਟ ਕਰਾਉਣੀ ਕੰਟਰੈਕਟ ਮੈਰਿਜ, ਬਟ ਪੈਸੇ ਵੀ ਅਸੀਂ ਘੱਟ ਲਾਉਣੇ ਆ। ਦੇਖੋ ਐਂ ਹੈਗਾ ਜੀ, ਸਾਨੂੰ ਕੋਈ ਕੰਸਰਨ ਨਹੀਂ ਹੈਗਾ ਕੰਟਰੈਕਟ ਮੈਰਿਜ ਦਾ, ਠੀਕ ਹੈ ਨਾ। ਅਤੇ ਸਾਨੂੰ ਪੇਪਰ ਵਰਕ ਤੋਂ ਮਤਲਬ ਹੈ, ਸਾਨੂੰ ਤਾਂ ਮੈਰਿਜ ਸਰਟੀਫਿਕੇਟ ਚਾਹੀਦਾ ਅਤੇ ਇੱਕ ਸਪਾਊਸ ਦਾ ਪਾਸਪੋਰਟ ਚਾਹੀਦਾ ਹੈ। ਤੁਸੀਂ ਕੰਟਰੈਕਟ ਮੈਰਿਜ ਹੈ ਜਾਂ ਜੋ ਮਰਜ਼ੀ ਹੈ, ਦੈਟ ਇਜ਼ ਨਾਟ ਮਾਈ ਕੱਪ ਆਫ ਟੀ। ਵੀ ਮੇਰਾ ਕੋਈ ਕੰਸਰਨ ਨਹੀਂ ਇਸ ਚੀਜ਼ ਤੋਂ। ਮੈਨੂੰ ਅਗਰ ਪੇਪਰ ਵਰਕ ਪੂਰਾ ਕਰ ਦਿੰਦਾ ਲਾਈਕ ਜਿਹੜਾ ਸਪਾਊਸ ਕੇਸ 'ਚ ਅਗਰ ਕਪਲ ਪੇਪਰ ਵਰਕ ਪੂਰਾ ਆਪਦਾ ਕਰ ਦਿੰਦਾ ਅਤੇ ਆਪਦੀ ਫੀਸ ਭਰਨ ਦੇ ਉਹਨਾਂ ਕੋਲ ਪੈਸੇ ਹੈਗੇ ਨੇ ਅਤੇ ਐਮਬੈਸੀ ਫੀਸਾਂ ਭਰਨ ਦੇ ਉਹਨਾਂ ਕੋਲ ਇੰਤਜ਼ਾਮ ਹੈਗਾ ਤਾਂ ਸਾਰਾ ਕੁਝ ਠੀਕ ਹੈ। ਅਤੇ ਡਾਕੂਮੈਂਟਸ ਲੀਗਲ ਹੈਗਾ, ਤੁਹਾਡਾ ਮੈਰਿਜ ਸਰਟੀਫਿਕੇਟ ਜੈਨੂਨ ਹੈਗਾ, ਤੁਹਾਡੇ ਅਕੈਡਮਿਕ ਡਾਕੂਮੈਂਟ ਜੈਨੂਨ ਹੈ, ਤੁਹਾਡੇ ਵਰਕ ਐਕਸਪੀਰੀਅੰਸ ਸਹੀ ਹੈਗਾ, ਅਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ ਕੀ ਹੈ ਕੀ ਨਹੀਂ ਹੈਗਾ। ਦੈਟ ਇਜ਼ ਨਾਟ ਮਾਈ ਪ੍ਰੋਬਲਮ। ਮੇਰਾ ਕੰਮ ਹੈਗਾ ਫਾਈਲ ਨੂੰ ਇਸ ਤਰੀਕੇ ਨਾਲ ਅਪਲਾਈ ਕਰਨਾ ਵੀ ਵੀਜ਼ਾ ਗ੍ਰਾਂਟ ਹੋ ਜਾਏ। ਮੈਨੇ ਇਹ ਦੇਖਣਾ ਹੈ ਵੀ ਵੀਜ਼ਾ ਗ੍ਰਾਂਟ ਹੋਣਾ ਚਾਹੀਦਾ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਕਲਾਇੰਟ ਦੇ ਰਿਹਾ ਅਗਰ ਉਹਦੇ ਨਾਲ ਵੀਜ਼ਾ ਗ੍ਰਾਂਟ ਕਰਾ ਸਕਦਾ ਹੈ ਕਿ ਨਹੀਂ ਕਰਾ ਸਕਦਾ। ਅਗਰ ਮੈਂ ਕਰਵਾ ਸਕਦਾ ਤਾਂ ਮੈਂ ਹਾਂ ਕਰਦਾ, ਅਤੇ ਅਗਰ ਨਹੀਂ ਕਰਵਾ ਸਕਦਾ ਮੈਂ ਸ਼ਰੇਆਮ ਨਾ ਕਰਦਾ ਵੀ ਨਾ ਪੈਸੇ ਖਰਾਬ ਕਰੋ, ਨਾ ਟਾਈਮ ਖਰਾਬ ਕਰੋ, ਕੋਈ ਫਾਇਦਾ ਨਹੀਂ ਹੋਣਾ, ਕੁਛ ਨਿਕਲਣਾ ਹੈਗਾ। ਅੱਜ ਵੀ ਮੈਂ ਬੈਠਾ ਸੀ, 2 ਕਲਾਇੰਟਸ ਐਸੇ ਸੀਗੇ ਜੋ ਮਰਜ਼ੀ ਕਰ ਦੋ ਉਹਨਾਂ ਦਾ ਵੀਜ਼ਾ ਨਹੀਂ ਆਉਣਾ ਦਾ ਸੀਗਾ, ਅਤੇ ਉਹ ਸੋਚ ਰਹੇ ਸੀ ਵੀ ਕੁੜੀ ਨਾਲ ਅਸੀਂ ਇਹ ਕੁੜੀ ਨਾਲ ਵੀ ਵਿਆਹ ਕਰਕੇ ਵੀ ਅਸੀਂ ਬਾਹਰ ਚਲੇ ਜਾਈਏ। ਅਤੇ ਮੇਰਾ ਕੁਛ ਨਹੀਂ ਸੀਗਾ ਵੀ ਜੀ ਇਹ ਮੈਰਿਜ ਕੁੜੀ ਵਾਕਈ ਇਹਦੇ ਨਾਲ ਹੀ ਮੈਰਿਜ ਕਰਨੀ ਹੈ, ਇਹ ਸੋਚ ਰਹੇ ਹੋ ਵੀ ਚਲੋ ਆਪਾਂ ਆਪਸ਼ਨ ਹੋਰ ਵੀ ਹੈ। ਕਹਿੰਦੇ ਹੋਰ ਵੀ ਆਪਸ਼ਨ ਹੈ ਜੀ, ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ। ਮੈਂ ਉਹਨਾਂ ਨੂੰ ਸ਼ਰੇਆਮ ਮਨਾ ਕੀਤਾ ਜੀ ਨਾ ਕਰੋ, ਪੈਸੇ ਖਰਾਬ ਕਰੋਗੇ, ਟਾਈਮ ਖਰਾਬ ਕਰੋਗੇ, ਵੀਜ਼ਾ ਗ੍ਰਾਂਟ ਨਹੀਂ ਹੋਣਾ। ਅਤੇ ਦੇਖ ਲਓ ਕੋਈ ਹੋਰ ਕੁੜੀ ਦੇਖ ਲਓ, ਜ਼ਿਆਦਾ ਵਧੀਆ ਹੈਗਾ। ਤੁਸੀਂ ਬਾਹਰ ਜਾਣ ਦਾ ਤੁਹਾਡਾ ਪਲਾਨ ਹੈਗਾ ਅਤੇ ਇਹ ਸੋਚ ਕੇ ਕਰ ਰਹੇ ਹੋ ਤੁਸੀਂ ਵੀ ਚਲੋ ਆਪਾਂ ਮੈਰਿਜ ਤਾਂ ਕਰਨੀ ਹੈ ਵੀ ਚਲੋ ਬਾਹਰ ਵੀ ਇਕੱਠੇ ਚਲੇ ਜਾਈਏ। ਅਤੇ ਵੀ ਅਗਰ ਤੁਸੀਂ ਉਸ ਤਰੀਕੇ ਨਾਲ ਵੀ ਕੁਛ ਰਾਏ ਲੈਣਾ ਚਾਹੁੰਦੇ ਹੋ ਜ਼ਰੂਰ ਲੈ ਸਕਦੇ ਹੋ ਸਾਡੇ ਤੋਂ, ਤੁਹਾਨੂੰ ਹਰ ਤਰੀਕੇ ਦੀ ਸਹੀ ਰਾਏ ਮਿਲੇਗੀ। ਓਕੇ ਸਰ। ਸਰ ਸਾਡਾ ਨੈਕਸਟ ਕੁਐਸਚਨ ਆ ਜਿਵੇਂ ਕੀ ਹੁੰਦਾ ਕਿ ਗੌਰਮੈਂਟ ਜੌਬ ਤੇ ਹੁੰਦੇ ਆ ਪਹਿਲਾਂ ਹੀ ਸਪਾਊਸ ਜਾਂ ਫਿਰ ਮੇਨ ਐਪਲੀਕੈਂਟ ਹੁੰਦਾ, ਉਹਨੇ ਆਈਲੈਟਸ ਵੀ ਕੀਤੀ ਹੁੰਦੀ ਆ, ਉਹਨਾਂ ਦਾ ਗੈਪ ਵੀ ਵੱਧ ਜਾਂਦਾ, ਪਰ ਫਿਰ ਵੀ ਉਹ ਕਹਿੰਦੇ ਆ ਵੀ ਨਹੀਂ ਅਸੀਂ ਤਾਂ ਬਾਹਰ ਜਾਣ ਲਈ, ਅਸੀਂ ਆਸਟ੍ਰੇਲੀਆ ਜਾਣ ਲਈ ਅਸੀਂ ਅਪਲਾਈ ਕਰਨਾ ਹੀ ਆ। ਦੇਖੋ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ, ਗਵਰਨਮੈਂਟ ਜੌਬ ਕੀਤੀ ਹੈ ਕੋਈ ਖਾਸ ਗੱਲ ਨਹੀਂ ਹੈਗੀ, ਤੁਸੀਂ ਦਿਖਾਓ ਗਵਰਨਮੈਂਟ ਜੌਬ ਵਧੀਆ ਮੰਨੀ ਜਾਂਦੀ, ਕੋਈ ਐਸੀ ਗੱਲ ਨਹੀਂ ਵੀ। ਬਟ ਉਹੀ ਗੱਲ ਹੈ ਵੀ ਅਗਰ ਪ੍ਰੋਪਰ ਜਿਵੇਂ ਫੋਰ ਐਗਜ਼ਾਮਪਲ ਵੀ ਕਿਸੇ ਨੇ ਜਿਵੇਂ IT ਦੀ ਪੜ੍ਹਾਈ ਕੀਤੀ ਹੈ, ਉਸ ਤੋਂ ਬਾਅਦ ਜੀ ਉਹ ਕੋਈ ਜਿਵੇਂ ਕੋਈ ਗਵਰਨਮੈਂਟ ਜੌਬ 'ਚ ਲੱਗ ਗਏ ਜੀ, ਜਿਵੇਂ ਪ੍ਰੋਫੈਸਰ ਲੱਗ ਗਏ ਜੀ, ਗਵਰਨਮੈਂਟ ਕਾਲਜ 'ਚ ਟੀਚਰ ਲੱਗ ਗਏ, ਕੁਛ ਵੀ ਲੱਗ ਗਏ, ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਵੀ। ਰੈਲੇਵੈਂਸੀ ਹੋਣੀ ਚਾਹੀਦੀ ਹੈ। ਹੁਣ ਪਿੱਛੇ ਸਾਡੇ ਕੋਲ ਇੱਕ ਕੇਸ ਆਇਆ ਜੀ ਵੀ ਉਹ ਆਪਣਾ ਗ੍ਰੈਜੂਏਸ਼ਨ ਉਹਨਾਂ ਨੇ ਕੀਤੀ ਸੀ ਕੈਮਿਸਟਰੀ ਦੇ ਵਿੱਚ ਕੀਤੀ
ਸੀਗੀ। ਉਸ ਤੋਂ ਬਾਅਦ ਗਵਰਨਮੈਂਟ ਜੌਬ ਕੀਤੀ ਸੀਗੀ ਵੀ ਐਜ਼ ਅ ਲਾਈਕ ਪੁਲਿਸ ਜੌਬ ਕੀਤੀ ਸੀਗੀ। ਉਸ ਤੋਂ ਬਾਅਦ ਯਾਨੀ ਕਿ 1-2 ਸਾਲ ਵੈਸੇ ਕੈਮਿਸਟਰੀ ਰਿਲੇਟਡ ਸੀ। ਉਸ ਤੋਂ ਬਾਅਦ ਗਵਰਨਮੈਂਟ ਜੌਬ ਸੀਗੀ ਪੁਲਿਸ ਡਿਪਾਰਟਮੈਂਟ 'ਚ। ਅਤੇ ਹੁਣ ਅੱਛੀ ਗੱਲ ਹੈ, ਪੁਲਿਸ ਡਿਪਾਰਟਮੈਂਟ ਦੀ ਜੌਬ ਤੁਸੀਂ ਲੁਕੋ ਤਾਂ ਸਕਦੇ ਨਹੀਂ ਹੈਗੇ ਕਿਸੇ ਲੋੜ ਵੀ, ਠੀਕ ਹੈ। ਅਤੇ ਉਹ ਵੀ ਦਿਖਾਉਣੀ ਜ਼ਰੂਰੀ ਸੀ ਵੀ ਅਸੀਂ ਸਾਰਾ ਕੁਝ ਐਕਸਪਲੇਨ ਕੀਤਾ ਵੀ ਮੈਨੇ ਕੈਮਿਸਟਰੀ 'ਚ ਕੀਤੀ। ਉਸ ਤੋਂ ਬਾਅਦ ਜੀ ਮੈਨੇ ਜੌਬ ਕੀਤੀ ਲੈਬੋਰਟਰੀ ਦੇ ਵਿੱਚ। ਉਸ ਤੋਂ ਬਾਅਦ ਮੇਰੀ ਪੁਲਿਸ ਦੀ ਜੌਬ ਸੀਗੀ। ਉਸ ਤੋਂ ਬਾਅਦ ਫਿਰ ਮੈਂ ਹੁਣ ਅੱਗੇ ਵੀ ਮੈਨੂੰ ਗਵਰਨਮੈਂਟ ਜੌਬ 'ਚ ਕੋਈ ਇੰਟਰਸਟ ਨਹੀਂ ਹੈਗਾ ਵੀ ਇਹ ਜੌਬ ਮੇਰੇ ਉਹਦੇ ਵਿੱਚ ਨਹੀਂ ਹੈਗੀ। ਅਤੇ ਮੈਂ ਅੱਗੇ ਆਪਦੀ ਮਾਸਟਰਸ ਇਨ ਕੈਮਿਸਟਰੀ ਦੇ ਵਿੱਚ ਪੜ੍ਹ ਕੇ ਮੈਂ ਯਾਨੀ ਕਿ ਆਪਦਾ ਇੰਡੀਆ ਆ ਕੇ ਵੀ ਕੈਮਿਸਟਰੀ ਰਿਲੇਟਡ ਹੀ ਆਪਦਾ ਕਰੀਅਰ ਬਣਾਉਣਾ ਚਾਹੁੰਦੀ ਹਾਂ। ਵੀਜ਼ਾ ਗ੍ਰਾਂਟ ਹੋ ਗਿਆ ਜੀ, ਉਹਦੇ 'ਚ ਕੋਈ ਦਿੱਕਤ ਨਹੀਂ ਹੈਗੀ। 6 ਬੈਂਡ ਸੀ ਬੱਚੇ ਦੇ, ਇੱਕ 'ਚ 5.5 ਸੀਗੇ। 5 ਸਾਲ ਦਾ ਗੈਪ ਸੀਗਾ ਟੋਟਲ ਪੜ੍ਹਾਈ ਤੋਂ ਬਾਅਦ ਹੁਣ ਤੱਕ ਦਾ। ਸਪਾਊਸ ਕੇਸ ਸੀਗਾ, ਸਪਾਊਸ ਦੀ +2 ਸੀਗੀ ਅਤੇ ਇਕੱਠਿਆਂ ਦਾ ਵੀਜ਼ਾ ਗ੍ਰਾਂਟ ਕਰਾ ਕੇ ਦਿੱਤਾ। ਇਸ ਕਰਕੇ ਕੋਈ ਖਾਸ ਮੈਟਰ ਨਹੀਂ ਹੈਗਾ, ਹਰ ਚੀਜ਼ ਦਾ ਸੋਲਿਊਸ਼ਨ ਹੈਗਾ। ਬਟ ਉਹੀ ਗੱਲ ਹੈ ਵੀ ਕੰਸਲਟੈਂਟ ਟੂ ਕੰਸਲਟੈਂਟ ਫਰਕ ਪੈ ਜਾਂਦਾ ਅਤੇ ਬੱਚੇ 'ਤੇ ਵੀ ਫਰਕ ਪੈਂਦਾ। ਕਈ ਬੱਚਿਆਂ ਨੂੰ ਸਮਝਾਉਂਦੇ ਹਾਂ ਅਸੀਂ, ਉਹਨਾਂ ਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਕਰ ਰਹੇ ਹਾਂ ਵੀ ਰਾਤੋਂ ਰਾਤ ਵਾਲਾ ਕੰਮ ਕਿਉਂ ਨਹੀਂ ਕਰ ਰਹੇ। ਵੀ ਦੇਖੋ ਕੇਸ ਅਗਰ ਕਿਤੇ ਕਮਜ਼ੋਰ ਹੈ ਜਾਂ ਕੋਈ ਇਸ਼ੂ ਹੈਗਾ ਹੈ, ਉਹਨੂੰ ਰਿਪੇਅਰ ਕਰਨਾ ਜ਼ਰੂਰੀ ਹੈ। ਵੀ ਠੀਕ ਕਰਕੇ ਅਪਲਾਈ ਕਰੋ ਤਾਂ ਵੀਜ਼ਾ ਆ ਜਾਏਗਾ। ਅਗਰ ਤੁਸੀਂ ਕਹਿੰਦਾ ਨਾ ਜੀ ਲਾ ਦਿਓ ਮੇਰਾ ਵੀਜ਼ਾ, ਤਾਂ ਜੋ ਮਰਜ਼ੀ ਹੋ ਜਾਵੇ ਵੀ ਫਟਾਫਟ ਲਾ ਦਿਓ, ਉਹਦੇ ਵਿੱਚ ਐਕਸੀਡੈਂਟ ਹੀ ਹੋਣਾ ਜੀ, ਵੀਜ਼ਾ ਰਿਜੈਕਟ ਹੀ ਹੋਣਾ, ਕੋਈ ਫਾਇਦਾ ਤਾਂ ਹੁੰਦਾ ਨਹੀਂ ਜੀ। ਮਤਲਬ ਸਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਪਾਊਸ ਕੇਸ ਈਜ਼ੀਲੀ ਹੋ ਜਾਂਦਾ, ਇਹ 'ਚ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਜਿਵੇਂ ਸਟੂਡੈਂਟਸ ਕਹਿੰਦੇ ਆ ਨਾ ਕਿ ਸਪਾਊਸ ਕੇਸ ਬਹੁਤ ਟਫ ਹੋ ਜਾਂਦਾ ਸਰ। ਮੇਰੇ ਦੀ ਤਾਂ ਹੁਣ ਇਹ ਸਿਚੁਏਸ਼ਨ ਮੇਰੀ ਤਾਂ ਇਹ ਹੋਈ ਪਈ ਹੈ ਵੀ ਕਿਆ ਕਹਾਂ ਤੁਹਾਨੂੰ ਮੈਂ, ਵੀ ਮੈਨੂੰ ਤਾਂ ਸਿੰਗਲ ਕੇਸ 'ਚ ਨਾ ਇੰਟਰਸਟ ਹੀ ਨਹੀਂ ਬਣਦਾ। ਵੀ ਮੈਨੂੰ ਤਾਂ ਐਂ ਲੱਗਦਾ ਵੀ ਇਹਦੇ 'ਚ ਕਰਨਾ ਕੀ ਹੈ, ਵੀ ਐਡਮਿਸ਼ਨ ਪਾਓ, ਹਫਤੇ 'ਚ ਐਡਮਿਸ਼ਨ ਆ ਗਈ, GD ਹਫਤੇ 'ਚ ਕਲੀਅਰ ਹੋ ਗਈ, ਉਹਦੇ 'ਚ ਕਰਨਾ ਹੀ ਕੱਖ ਨਹੀਂ ਹੁੰਦਾ। ਵੀ ਜਦ ਤੱਕ ਮੁਸ਼ਕਿਲ ਕੇਸ ਸਪਾਊਸ ਕੇਸ ਨਹੀਂ ਹੁੰਦੇ ਹੈਗੇ, ਟੈਕਨੀਕਲ ਜਿਹਦੇ ਦਿਮਾਗ 'ਚ ਲਾਉਣਾ ਪਏ, ਵੀ ਯੂਜ਼ ਤਾਂ ਹੋਏ ਨਾ ਦਿਮਾਗ ਵੀ, ਜਿੰਨਾ ਹੁਣ 13 ਸਾਲ ਦਾ ਐਕਸਪੀਰੀਅੰਸ ਹੈਗਾ, ਨੌਲੇਜ ਹੈਗੀ ਹੈ, ਵੀ ਇੰਨਾ ਕੁਛ ਸਿੱਖਿਆ ਹੈ, ਇੰਨਾ ਐਕਸਪੀਰੀਅੰਸ ਦਿੱਤਾ ਹੈ ਵੀ ਵੀਜ਼ਾਜ਼ ਦੇ ਕੇਸਿਸ ਦੇ ਵਿੱਚ। ਅਤੇ ਉਹਦੇ ਵਿੱਚ ਅਗਰ ਫਿਰ ਵੀ ਜਿਹੜੇ ਕੇਸ 'ਚ ਮੇਰੇ ਦਿਮਾਗ 'ਚ ਲਾਉਣ ਦੀ ਲੋੜ ਹੀ ਨਾ ਪਏ, ਅਤੇ ਮੈਨੂੰ ਉਹ ਜ਼ਿਆਦਾ ਅਟਰੈਕਟ ਨਹੀਂ ਕਰਦਾ ਹੈਗਾ। ਵੀ ਮੈਂ ਕਹਾਂ ਵੀ ਜਿਵੇਂ ਕਹਿੰਦੇ ਨੇ ਵੀ ਜ਼ਿਆਦਾ ਸਪਾਰਕ ਜਿਹਾ ਨਹੀਂ ਆਉਂਦਾ ਮੇਰੇ 'ਚ ਵੀ ਯਾਰ ਇਹਦੇ 'ਚ ਕੁਛ ਕਰਨਾ ਹੀ ਨਹੀਂ ਹੈਗਾ। ਸਿੰਪਲ ਕੇਸਿਸ 'ਚ ਤਾਂ ਮੈਨੂੰ ਕੋਈ ਜ਼ਿਆਦਾ ਮਜ਼ਾ ਨਹੀਂ ਆਉਂਦਾ ਕਰਕੇ। ਵੀ ਜਿੱਥੇ ਕੇਸ ਮੁਸ਼ਕਿਲ ਹੈ, ਕੰਪਲੀਕੇਟਡ ਹੈ, ਵੀ ਗੈਪ ਹੈਗਾ ਜੀ, ਵਿਦਾਊਟ ਆਈਡਸ ਹੈ, ਜਾਂ ਲਾਈਕ ਇਸ਼ੂਜ਼ ਨੇ ਜਿਹੜੇ ਕੇਸ 'ਚ, ਮੈਂ ਉਹਦੇ ਵਿੱਚ ਜ਼ਿਆਦਾ ਇੰਟਰਸਟਡ ਹੁੰਦਾ ਕਿਉਂਕਿ ਉਹ ਮੈਂ ਆਪ ਕਰਦਾ ਹੁੰਦਾ ਐਸੇ ਕੇਸਿਸ। ਅਤੇ ਐਸੇ ਕੇਸਿਸ ਜਦ ਆਪ ਕਰਦਾ ਤਾਂ ਫਿਰ ਜਦ ਉਹ ਮੁਸ਼ਕਿਲ ਕੇਸ ਦਾ ਵੀਜ਼ਾ ਜਦੋਂ ਆਉਂਦਾ ਹੈ ਅਤੇ ਉਹਦੇ ਵਿੱਚ ਜਿਹੜੀ ਖੁਸ਼ੀ ਮੈਨੂੰ ਮਿਲਦੀ ਹੈ, ਅਤੇ ਜਿਹੜੇ ਬੱਚੇ ਦਾ ਜਿਹੜਾ ਵੀਜ਼ਾ ਆਉਂਦਾ, ਬੱਚੇ ਦੀ ਖੁਸ਼ੀ ਦੇਖ ਕੇ ਜਿਹੜੀ ਮੈਨੂੰ ਖੁਸ਼ੀ ਮਿਲਦੀ ਹੈ, ਅਤੇ ਉਹਦੇ ਵਰਗਾ ਕਹਿੰਦੇ ਨਾ ਵੀ ਨਸ਼ਾ ਹੀ ਕੋਈ ਨਹੀਂ ਹੈਗਾ, ਉਹਦੇ ਵਰਗਾ ਮਜ਼ਾ ਹੀ ਕੋਈ ਨਹੀਂ ਹੈਗਾ। ਅਤੇ ਸਿੰਪਲ ਕੇਸ ਦਾ ਸਾਰੀ ਦੁਨੀਆ ਲੈ ਲੈਂਦੀ ਹੈ, ਤਾਂ ਚਲੋ ਕੋਈ ਵੱਡੀ ਗੱਲ ਨਹੀਂ ਹੈਗੀ। ਓਕੇ ਜੀ, ਅੱਜ ਦੇ ਸਾਡੇ ਲਾਈਵ ਸ਼ੋਅ ਦਾ ਟੌਪਿਕ ਇੱਥੇ ਹੀ ਖਤਮ ਹੁੰਦਾ। ਅਤੇ ਸਰ ਤੁਸੀਂ ਜਾਂਦੇ ਜਾਂਦੇ ਸਟੂਡੈਂਟਸ ਨੂੰ ਕੁਝ ਦੱਸਣਾ ਚਾਹੋਗੇ ਕਿਸੇ ਵੀ ਰਿਗਾਰਡਿੰਗ? ਦੇਖੋ ਅਗਰ ਕਿਸੇ ਵੀ ਤਰੀਕੇ ਦਾ ਤੁਹਾਡਾ ਕੰਪਲੀਕੇਟਡ ਕੇਸ ਹੈ, ਵੀ ਤੁਸੀਂ ਮੇਰੇ ਨਾਲ ਕੇਸ ਡਿਸਕਸ ਕਰ ਸਕਦੇ ਹੋ। ਸਾਡੇ ਨੰਬਰ ਜਿਹੜੇ ਹੈਗੇ ਨੇ 9023-250-250 ਸਾਡਾ ਮੇਨ ਨੰਬਰ ਹੈਗਾ। ਇਹਦੇ 'ਤੇ ਕਾਲ ਕਰਕੇ ਤੁਸੀਂ ਕਾਉਂਸਲਰ ਨੂੰ ਕਹਿ ਸਕਦੇ ਹੋ ਵੀ ਸਾਡੇ ਨਾਲ ਗੱਲ ਕਰਾ ਦਿਓ। ਮੇਰੇ ਨਾਲ ਤੁਹਾਡੀ ਗੱਲ ਬਹੁਤ ਆਰਾਮ ਨਾਲ ਹੋ ਜਾਏਗੀ। ਜ਼ਿਆਦਾਤਰ ਬੱਚੇ ਕਹਿੰਦੇ ਨੇ ਵੀ ਅਸੀਂ TV ਸ਼ੋਜ਼ ਵੀ ਦੇਖਦੇ ਹਾਂ ਜੀ, ਅਸੀਂ ਲਾਈਵ ਵੀ ਦੇਖਦੇ ਹਾਂ, ਅਸੀਂ ਹੋਰ ਵੀ ਐਡ ਦੇਖਦੇ ਹਾਂ, ਬਟ ਮੇਨ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਨਾਲ ਕਦੇ ਗੱਲ ਨਹੀਂ ਹੋ ਪਾਉਂਦੀ। ਸਾਡੇ ਕੰਪਨੀ 'ਚ ਇਹ ਹੈ, ਸਾਨੂੰ ਇਹ ਕਹਿੰਦਾ ਕਲਾਇੰਟ ਵੀ ਜੀ ਤੁਹਾਡੇ ਨਾਲ ਤਾਂ ਬਾਈ ਗੋਡ ਬਹੁਤ ਆਸਾਨੀ ਨਾਲ ਹੀ ਗੱਲ ਹੋ ਗਈ, ਵੀ ਤੁਹਾਨੂੰ ਤਾਂ ਲਾਈਕ ਜ਼ਿਆਦਾ ਦਿੱਕਤ ਹੀ ਨਹੀਂ ਆਈ ਸਾਨੂੰ ਗੱਲ ਕਰਨ 'ਚ, ਵੀ ਆਪਦਾ ਕੇਸ ਡਿਸਕਸ ਕਰਨ 'ਚ। ਕਿਉਂਕਿ ਇਸ ਟਾਈਮ 'ਤੇ ਵੀ ਵਿਜ਼ਿਟ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ, ਬਟ ਕਿਤੇ ਨਾ ਕਿਤੇ ਬੱਚੇ ਨੂੰ ਆਉਣ 'ਚ ਬੱਸਾਂ ਬੰਦ ਹੈਗੀਆਂ ਜੀ, ਟਰੈਵਲ ਦੀ ਰਿਸਟ੍ਰਿਕਸ਼ਨਸ ਹੈਗੀਆਂ, ਕਰੋਨਾ ਵਾਇਰਸ ਦੇ ਚੱਕਰ 'ਚ ਬੱਚੇ ਨੂੰ ਆਉਣ ਦੀ ਦਿੱਕਤ ਹੈ। ਅਤੇ ਮੈਂ ਤਾਂ ਇਹ ਕਹਿੰਦਾ ਫੋਨ 'ਤੇ ਡਿਸਕਸ ਕਰੋ ਆਪਣਾ ਕੇਸ, ਪੂਰਾ ਖੁੱਲ੍ਹ ਕੇ ਮੇਰੇ ਨਾਲ ਡਿਸਕਸ ਕਰ ਦਿਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਜਦੋਂ ਤੁਹਾਡਾ ਸਾਰਾ ਕੁਛ ਤੁਸੀਂ ਰੈਡੀ ਹੋ, ਤੁਸੀਂ ਸਾਰਾ ਕੁਛ ਤੁਹਾਨੂੰ ਸਮਝ ਆ ਗਿਆ ਵੀ ਜਿਹੜੀ ਚੀਜ਼ ਤੁਸੀਂ ਆ ਕੇ ਗੱਲ ਕਰਨੀ ਹੈ, ਤੁਸੀਂ ਫੋਨ 'ਤੇ ਮੇਰੇ ਨਾਲ ਗੱਲ ਕਰ ਸਕਦੇ ਹੋ, ਡਿਸਕਸ ਕਰ ਸਕਦੇ ਹੋ ਆਪਣਾ ਕੇਸ। ਅਤੇ ਅਗਰ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਸੈਟਿਸਫਾਈਡ ਹੋ, ਸਭ ਕੁਛ ਓਕੇ ਹੈ, ਤੁਸੀਂ ਆਓ ਅਪਲਾਈ ਕਰੋ ਅਤੇ ਆਪਣਾ ਕੇਸ ਸ਼ੁਰੂ ਕਰਵਾਓ। ਇਸ ਕਰਕੇ ਵੀ ਇਟਸ ਬੈਟਰ ਵੀ ਅਗਰ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰੀ ਨਹੀਂ ਵੀ ਤੁਹਾਨੂੰ ਵਿਜ਼ਿਟ ਕਰਨਾ ਪਏਗਾ, ਤੁਸੀਂ ਫੋਨ 'ਤੇ ਵੀ ਜਾ ਕੇ ਡਿਸਕਸ ਕਰ ਸਕਦੇ ਹੋ ਅਤੇ ਖੁੱਲ੍ਹ ਕੇ ਆਪਦਾ ਕੇਸ ਡਿਸਕਸ ਕਰ ਸਕਦੇ ਹੋ। ਓਕੇ ਜੀ, ਕੱਲ੍ਹ ਫੇਰ ਮਿਲਾਂਗੇ ਇੱਕ ਨਏ ਟੌਪਿਕ ਦੇ ਨਾਲ। ਉਹਨੇ ਟਾਈਮ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।